ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ, ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੇ ਧਿਆਵਾਂ ਜੀ, ਹਿਰਦੇ ਧਿਆਵਾਂ। ਸ੍ਰੀ ਗੁਰ ਰਾਮਦਾਸ ਗੁਣ ਗਾਵਾਂ, ਸ੍ਰੀ ਅਰਜਨ ਵਿਘਨ ਕੇ ਨਾਸ਼ਕ ਜੀ, ਵਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਾਮੋ ਕਰ ਜੋਰੀ ਜੀ, ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੌਨਾ ਪੌਨਾ ਸੀਸਾ ਜੀ, ਪੌਨਾ ਪੌਨਾ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਬ ਕਾਰੀਗਰ ਜਪੈ ਨਿਹਾਰਾ, ਖਰੋ ਕਰਨ ਕੋ ਬਿਯੋਤ ਵਿਚਾਰਾ। ਨਰ ਗਨ ਲੱਗੇ ਉਚਾਇਓ ਸੋਏ, ਖਰੋ ਕਰਿਓ ਆਛੋ ਥਲ ਜੋਏ। ਤਬ ਕਾਰੀਗਰ ਜਪੈ ਨਿਹਾਰਾ, ਖਰੋ ਕਰਨ ਕੋ ਬਿਯੋਤ ਵਿਚਾਰਾ। ਨਰ ਗਨ ਲੱਗੇ ਉਚਾਇਓ ਸੋਏ, ਖਰੋ ਕਰਿਓ ਆਛੋ ਥਲ ਜੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਦਇਆ ਨਿਧ ਕਿਰਪਾ ਦੇ ਖਜ਼ਾਨੇ, ਹਾਜ਼ਰਾ ਹਜੂਰ ਜਹਰਾ ਜਹੂਰ। ਲੋਕ ਪਰਲੋਕ ਦੇ ਰੱਖਿਅਕ, ਸ਼ਾਹੀ ਸ਼ਹਿਨਸ਼ਾਹ,
ਧੰਨ 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 ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੰਧਿਆ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰੇ ਭਰ ਕਰਕੇ ਸਤਿਗੁਰਾਂ ਦੇ ਖੁੱਲੇ ਰੂਪ ਵਿੱਚ ਦਰਸ਼ਨ ਪਰਸ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿਨਕੇ ਭਾਗ ਵੱਡੇ हैं ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਸਤਿਗੁਰਾਂ ਦੀ ਮਹਾਨ ਮਿਹਰ ਕਿਰਪਾ ਦਇਆ ਸਦਕਾ ਆਪ ਜੀ ਪਾਵਨ ਪਵਿੱਤਰ ਸਾਧ ਸੰਗਤ ਦੀਆਂ ਕੜੀਆਂ ਦਾ ਨਿਤਾ ਪ੍ਰਤੀ ਭਾਰੀ ਆਨੰਦ ਮਾਣ ਰਹੇ ਹੋ। ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ, ਸਤਵੇਂ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਦੇ ਪਾਵਨ ਪਵਿੱਤਰ ਜੀਵਨ ਦੀ ਅੰਮ੍ਰਿਤ ਰੂਪ ਕਥਾ ਲੜੀਵਾਰ ਰੂਪ ਅੰਦਰ ਆਪ ਸਭ ਸੰਗਤਾਂ ਸਰਵਣ ਕਰਕੇ ਆਪਣੇ ਸਮੇਂ ਨੂੰ, ਮਨੁੱਖਾ ਜਾਮੇ ਨੂੰ, ਲੋਕ ਪਰਲੋਕ ਨੂੰ ਸਫਲ ਬਣਾਉਂਦੇ ਹੋ। ਜਥਾ ਪ੍ਰਸੰਗ ਸਾਧ ਸੰਗਤ ਜੀ, ਪਿਛਲੇ ਦੀਵਾਨ ਵਿੱਚ ਆਪਾਂ ਸਰਵਣ ਕੀਤਾ ਹੈ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਜਦੋਂ ਕੀਰਤਪੁਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਗਏ ਤਾਂ ਕਰਤਾਰਪੁਰ ਸਾਹਿਬ ਦੀਆਂ ਸੰਗਤਾਂ ਨੇ ਪਾਤਸ਼ਾਹ ਜੀ ਦੇ ਆਇਆਂ ਦੀ ਬੜੀ ਖੁਸ਼ੀ, ਬਹੁਤ ਚਾਅ ਕੀਤਾ। ਮਹਾਰਾਜ ਦੇ ਦਰਸ਼ਨ ਪਰਸਨ ਵਾਸਤੇ ਸਾਰੇ ਕਰਤਾਰਪੁਰ ਸਾਹਿਬ ਦੀ ਸੰਗਤ ਪਹੁੰਚੀ। ਇਹ ਉਹ ਕਰਤਾਰਪੁਰ ਸਾਹਿਬ ਹੈ ਜਿਹੜਾ ਦੁਆਬੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਵਸਾਇਆ ਸੀ। ਜਦੋਂ ਸਾਰੇ ਕਰਤਾਰਪੁਰ ਸਾਹਿਬ ਦੀ ਨਗਰ ਦੀ ਸੰਗਤ ਮਹਾਰਾਜ ਦੇ ਦਰਸ਼ਨ ਪਰਸ ਰਹੀ, ਸਤਿਗੁਰੂ ਹਰਿਰਾਏ ਸਾਹਿਬ ਜੀ ਨੇ ਸੰਗਤ ਨੂੰ ਪੁੱਛਿਆ ਵੀ ਜਿਹੜਾ ਕਰਤਾਰਪੁਰ ਸਾਹਿਬ ਨਗਰ ਵਸਿਆ ਹੈ, ਤੁਹਾਡੇ ਵਿੱਚੋਂ ਜਿਹੜੇ ਵਡੇਰੀ ਉਮਰ ਦੇ ਬਜ਼ੁਰਗ ਹਨ, ਆਪ ਜੀ ਸਾਨੂੰ ਇਤਿਹਾਸ ਸੁਣਾਓ ਵੀ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਪਹਿਲਾਂ ਕਿਹੜੇ ਥਾਂ 'ਤੇ ਆਏ, ਕੀ ਸਬੱਬ ਬਣਿਆ ਉਹਨਾਂ ਦੇ ਇੱਥੇ ਆਉਣ ਦਾ ਅਤੇ ਕਿਵੇਂ ਨਗਰ ਵਸਿਆ। ਤਾਂ ਪੁਰਾਣੇ ਬਜ਼ੁਰਗਾਂ ਨੇ ਸਾਧ ਸੰਗਤ ਜੀ ਸਾਰੀ ਕਥਾ ਸਤਿਗੁਰੂ ਹਰਿਰਾਏ ਸਾਹਿਬ ਜੀ ਨੂੰ ਸਰਵਣ ਕਰਾਈ ਵੀ ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਜਦੋਂ ਇੱਥੇ ਆਏ ਅਤੇ ਸਾਡੇ ਨਗਰ ਦੇ ਉਹਨਾਂ ਸਮਿਆਂ ਵਿੱਚ 2 ਧੜੇ ਸਨਗੇ। ਸੱਚੇ ਪਾਤਸ਼ਾਹ ਨੇ ਆ ਕਰਕੇ ਸਾਡੇ ਨਗਰ ਦੇ ਪੁਰਾਣੇ ਜਿਹੜੇ ਕੋਈ ਬਜ਼ੁਰਗ ਸਨ, ਸਿਆਣੇ ਦਾਨੇ ਪ੍ਰਧਾਨੇ ਮੋਹਤਬਾਰ, ਉਹਨਾਂ ਤੋਂ ਜ਼ਮੀਨ ਦੀ ਮੰਗ ਕੀਤੀ ਵੀ ਅਸੀਂ ਇੱਥੇ ਧਰਮਸ਼ਾਲਾ ਵੱਡੀ ਬਣਵਾ ਕੇ ਨਗਰ ਵੱਡਾ ਭਾਰੀ ਸ਼ਹਿਰ ਵਸਾਇਆ ਚਾਹੁੰਦੇ ਹਾਂ ਅਤੇ ਉਹ ਕਰਤਾਰ ਦੀ ਯਾਦ ਵਿੱਚ ਦਾ ਨਾਮ ਸ੍ਰੀ ਕਰਤਾਰਪੁਰ ਸਾਹਿਬ ਰੱਖਣਾ। ਚਲੋ ਇੱਕ ਧੜਾ ਜੋ ਸੀ ਉਹਨੇ ਮਹਾਰਾਜ ਦਾ ਬਚਨ ਮੰਨ ਕੇ ਜਗ੍ਹਾ ਦੇ ਦਿੱਤੀ, ਦੂਜਿਆਂ ਨਾਂ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਉਹ ਚਲੋ ਇੱਥੇ ਭਾਰੀ ਨਗਰ ਵਸਾਇਆ ਤੋ ਫਿਰ ਮਹਾਰਾਜ ਨੂੰ ਦੱਸਦੇ ਉੱਥੋਂ ਦੇ ਬਜ਼ੁਰਗ ਗੁਰੂ ਹਰਿਰਾਏ ਸਾਹਿਬ ਨੂੰ ਪਾਤਸ਼ਾਹ ਜੀ ਸਾਰਾ ਜਦੋਂ ਨਗਰ ਪਹਿਲਾਂ ਪਾਸੇ ਚਫੇਰੇ ਕੰਧ ਕੱਢੀ ਗਈ, ਜਦੋਂ ਪਹਿਲਾ ਟੱਪ ਲਾਇਆ ਆਰੰਭਤਾ ਕੀਤੀ ਅਤੇ ਜਿਸ ਬੇਲਦਾਰ ਤੋਂ ਮਹਾਰਾਜ ਨੇ ਟੱਪ ਲਵਾਇਆ ਉਹਦੀ ਟੱਪ ਮਾਰਿਆਂ ਪੱਗ ਜਿਹੜੀ ਸੀ ਉਹ ਭੁਹੇ 'ਤੇ ਡਿੱਗ ਪਈ, ਕਈ ਦਾ ਟੱਪਾ ਮਾਰਿਆਂ ਝਟਕੇ ਨਾਲ। ਪਿੰਡ ਦੇ ਅਸੀਂ ਸਾਰੇ ਲੋਕਾਂ ਸੋਚਿਆ ਵੀ ਬਹੁਤ ਬਦਸ਼ਗਨੀ ਹੋ ਗਈ, ਪੱਗ ਲੈ ਗਈ ਹੈ ਪਹਿਲੇ ਟੱਪ ਨਾਲ। ਤਾਂ ਸਤਿਗੁਰੂ ਅਰਜਨ ਦੇਵ ਸਾਹਿਬ ਨੇ ਸੰਗਤਾਂ ਦੇ ਮਨ ਦੇ ਡਰ ਨੂੰ ਜਾਣ ਕੇ ਬਚਨ ਕੀਤਾ ਵੀ ਜਿਹੜਾ ਇਸ ਨਗਰ 'ਤੇ ਚੜ੍ਹ ਕੇ ਆਇਆ ਕਰੇਗਾ ਉਹ ਆਪਦੀ ਪੱਗ ਇੱਜ਼ਤ ਆਬਰੂ ਲਵਾ ਕੇ ਜਾਏਗਾ, ਸਾਬਤ ਨਹੀਂ ਜਾਇਆ ਕਰੇਗਾ। ਉਹ ਬਚਨ ਵੀ ਮਹਾਰਾਜ ਸੱਚ ਹੋਏ। ਜਦੋਂ ਪੈਂਦੇ ਖਾਣੇ ਪਿਸ਼ੌਰ ਦੇ ਸੂਬੇ ਕਾਲੇ ਖਾਂ ਨੂੰ ਨਾਲ ਲੈ ਕੇ 1.25 ਲੱਖ ਫੌਜ ਚੜ੍ਹਾ ਕੇ ਕਰਤਾਰਪੁਰ ਸਾਹਿਬ ਲਿਆਂਦੀ। ਤੁਹਾਡੇ ਦਾਦੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਦੋਂ ਕਰਤਾਰਪੁਰ ਸਾਹਿਬ ਇੱਥੇ ਨਿਵਾਸ ਰੱਖਦੇ ਸਨ। ਤਾਂ 6ਵੇਂ ਪਾਤਸ਼ਾਹ ਕੋਲ ਕੇਵਲ 1800 ਸੂਰਮਾ ਸੀ। ਉਧਰ 1.25 ਲੱਖ ਤੋਂ ਵੀ ਉੱਪਰ ਲੱਖ ਦੇ ਕਰੀਬ ਫੌਜ ਚੜ੍ਹ ਕੇ ਆਈ ਜੰਗੀ ਰਾਜ ਸਾਜ ਲੈ ਕੇ। ਸੱਚੇ ਪਾਤਸ਼ਾਹ ਨੇ ਕਿਸੇ ਨਗਰ ਦੇ
ਜੀਵ ਦਾ ਵਾਲ ਨਹੀਂ ਵਿੰਗਾ ਹੋਣ ਦਿੱਤਾ ਛੇਵੇਂ ਪਾਤਸ਼ਾਹ ਨੇ। ਤੇ ਗੁਰੂ ਅਰਜਨ ਦੇਵ ਸਾਹਿਬ ਦੇ ਬਚਨ ਸੱਤ ਕਰਕੇ ਵਿਖਾਏ। ਜਿਹੜੇ ਚੜ੍ਹ ਕੇ ਆਏ ਸਭ ਦੇ ਸਿਰ ਵੱਢੇ ਗਏ ਸਮੇਤ ਪੱਗਾਂ ਦੇ। ਤੇ ਜਿਹੜੇ ਕੋਈ ਬਚੇ ਸਨ ਉਹ ਵੀ ਬਹੁਤ ਬੇਪਤ ਹੋ ਕੇ ਇੱਥੋਂ ਦੌੜ ਕੇ ਗਏ, ਕੋਈ ਇੱਜ਼ਤ ਆਬਰੂ ਨਾਲ ਨਹੀਂ ਗਏ ਸਨ। ਤਾਂ ਇੱਦਾਂ ਦੀ ਸਾਖੀ ਉਹ ਬਜ਼ੁਰਗਾਂ ਨੇ ਗੁਰੂ ਹਰਿਰਾਏ ਸਾਹਿਬ ਨੂੰ ਸੁਣਾਈ ਕਰਤਾਰਪੁਰ ਸਾਹਿਬ ਨਗਰ ਵਸਣ ਦੀ। ਫਿਰ ਉਹ ਜਿਹੜਾ ਕਰਤਾਰਪੁਰ ਸਾਹਿਬ ਦਾ ਸਥਾਨ ਹੈ ਸਾਧ ਸੰਗਤ ਜੀ, ਇੱਥੇ ਥੰਮ ਸਾਹਿਬ ਦਾ ਦਰਬਾਰ ਉਹ ਕਿਵੇਂ ਬਣਿਆ ਉਹਦੀ ਵੀ ਕਥਾ ਕੱਲ੍ਹ ਆਪਾਂ ਸਰਵਣ ਕੀਤੀ। ਵੀ ਮਹਾਰਾਜ ਕਹਿੰਦੇ ਸੀ ਵੀ ਇੱਕ ਵੱਡਾ ਦੀਵਾਨ ਹਾਲ ਬਣਾਉਣਾ ਹੈ। ਤੇ ਉਹ ਕਾਰੀਗਰ ਮਹਾਰਾਜ ਨੂੰ ਕਹਿਣ ਲੱਗੇ ਵੀ ਪਾਤਸ਼ਾਹ ਵੀ ਕੋਈ ਚੰਗਾ ਤਗੜਾ ਜਿਵੇਂ 9 ਹੱਥ ਦਾ ਸ਼ਤੀਰ ਹੋਵੇ ਨਾ, ਲੰਮਾ ਦੀਵਾਨ ਹਾਲ, ਲੰਮੀ ਲੱਕੜ ਮਿਲ ਜਾਏ। ਸਤਿਗੁਰੂ ਅਰਜਨ ਦੇਵ ਸਾਹਿਬ ਨੇ ਸਿੱਖ ਮਸੰਦਾਂ ਨੂੰ ਬੜੇ ਪਾਸੇ ਭੇਜਿਆ, ਕਿਤੋਂ ਲੱਕੜ ਨਾ ਮਿਲੀ। ਮਾਝੇ ਮਾਲਵੇ ਦੱਬੇ ਵਿੱਚ ਲੱਭਦੇ ਰਹੇ। ਐਡਾ ਪੁਰਾਣਾ ਲੰਮਾ ਰੁੱਖ ਮਿਲੇ ਨਾ, ਜੇ ਮਿਲੇ ਤੇ ਉਹ ਸਿੱਧਾ ਨਾ ਹੋਵੇ, ਟੇਢਾ ਮੇਢਾ ਸੀ। ਸਿੱਖਾਂ ਆ ਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਬੇਨਤੀ ਕੀਤਾ, ਮਹਾਰਾਜ ਦੀਵਾਨ ਹਾਲ ਤਾਂ ਬਣੇ ਮਹਾਰਾਜ ਜੇ 9 ਸਵਾ 9 ਹੱਥ ਲੰਮੀ ਲੱਕੜ ਮਿਲ ਜਾਏ ਮੋਟੀ, ਪਰ ਬਹੁਤ ਦੂਰ ਤੱਕ ਅਸੀਂ ਵੇਖ ਹੈ ਮੁੱਲ ਵੀ ਖਰੀਦ ਲੈਂਦੇ, ਪਰ ਕਿਤੋਂ ਐਡੀ ਵੱਡੀ ਲੱਕੜ ਮਿਲ ਨਹੀਂ ਰਹੀ। ਤਾਂ ਸਾਧ ਸੰਗਤ ਜੀ, ਉਹ ਸੰਗਤ ਵਿੱਚ ਇੱਕ ਸਿੱਖ ਬੈਠਾ ਸੀ। ਉਹਨੇ ਦੱਸਿਆ, ਮਹਾਰਾਜ ਮੈਂ ਇੱਕ ਰੁੱਖ ਵੇਖਿਆ, ਟਾਹਲੀ ਹੈ ਬਹੁਤ ਪੁਰਾਣੀ, ਤੇ ਤੁਹਾਡੇ ਕੰਮ ਆ ਜਾਏਗੀ, ਪਰ ਉਹ ਹੱਥ ਆਉਣੀ ਔਖੀ ਹੈ, ਕਿਉਂਕਿ ਉਹਦੀ ਮਾਨਤਾ ਬੜੀ ਹੈ। ਤੇ ਸੁਣੀ ਦਾ ਵੀ ਉਹ ਰੁੱਖ ਦੇ ਵਿੱਚ ਕੋਈ ਜਪੀ ਤਪੀ, ਕੋਈ ਪੁਰਾਣਾ, ਕੋਈ ਬੰਦਗੀ ਵਾਲਾ ਉਹਦੇ ਵਿੱਚ ਰਹਿੰਦਾ ਆਤਮਾ ਰੂਪ ਹੋ ਕਰਕੇ। ਤੇ ਕਿਸੇ ਦੀ ਮਜਾਲ ਨਹੀਂ ਮਹਾਰਾਜ ਉਹਦਾ ਰੁੱਖ ਦਾ ਦਾਤਨ ਵੀ ਤੋੜ ਲਏ, ਝਾਟੀ ਫਲ ਮਿਲ ਜਾਂਦਾ ਹੈ, ਤੇ ਬੜੀ ਮਾਨਤਾ ਹੈ। ਸਤਿਗੁਰਾਂ ਭਾਈ ਪ੍ਰਾਣਾ ਜੀ ਨੂੰ ਹੁਕਮ ਕੀਤਾ। ਗੁਰੂ ਅਰਜਨ ਦੇਵ ਸਾਹਿਬ ਦਾ ਹੁਕਮ ਪਾ ਕੇ ਭਾਈ ਪ੍ਰਾਣਾ ਜੀ ਉਹ ਲੱਕੜ ਵੇਖਣ ਗਏ। ਜਦੋਂ ਜਾ ਪਹਿਲਾ ਟੱਕ ਮਾਰਿਆ, ਵਿੱਚੋਂ ਆਵਾਜ਼ ਆਈ ਵੀ ਹੇ ਗੁਰੂ ਕੇ ਸਿੱਖਾ, ਭਾਈ ਪ੍ਰਾਣੇ ਗੁਰੂ ਤੁਹਾਡਾ ਬੇਅੰਤ, ਤੁਸੀਂ ਵੀ ਬੇਅੰਤ। ਮੈਂ ਗੁਰੂ ਘਰ ਦਾ ਕੁਝ ਨਹੀਂ ਵਿਗਾੜਿਆ, ਤੁਸੀਂ ਕਿਉਂ ਇਹ ਮੇਰਾ ਘਰ ਉਜਾੜਨ ਲੱਗੇ ਹੋ। ਸਤਿਗੁਰੂ ਅਰਜਨ ਦੇਵ ਸਾਹਿਬ ਨੂੰ ਆਖੋ ਵੀ ਮੈਂ ਉਹਨਾਂ ਦਾ ਬੜਾ ਪ੍ਰੇਮ ਭਾਵਨਾ ਰੱਖਦਾ, ਹਿਰਦੇ ਅੰਦਰ ਮੇਰੀ ਇੱਥੇ 20 ਕੋਹ ਤੱਕ ਦੂਰ ਦੂਰ ਪੂਜਾ ਹੁੰਦੀ, ਲੋਕ ਮੈਨੂੰ ਨਮਸਕਾਰਾਂ ਕਰਦੇ ਹੈ, ਮੇਰਾ ਬੜਾ ਇੱਥੇ ਬਣਿਆ ਹੋਇਆ ਹੈ ਪ੍ਰੇਮ ਭਾਵ ਸੰਗਤਾਂ ਦੇ ਅੰਦਰ, ਹਿਰਦੇ ਅੰਦਰ। ਤੇ ਕਿਉਂ ਮਹਾਰਾਜ ਮੇਰੀ ਪੂਜਾ ਹਟਾਉਂਦੇ ਹੋ, ਇਹ ਰੁੱਖ ਪੱਟਿਆ ਗਿਆ, ਮੈਨੂੰ ਕਿਹਨੇ ਪੁੱਛਣਾ। ਤੇ ਗੁਰੂ ਅਰਜਨ ਦੇਵ ਸਾਹਿਬ ਨੂੰ ਮੇਰੇ ਵੱਲੋਂ ਬੇਨਤੀ ਕਰੋ, ਜੇ ਮਹਾਰਾਜ ਕਹਿਣਗੇ ਤੁਹਾਨੂੰ ਪੱਟਣ ਨੂੰ, ਫਿਰ ਤੁਸੀਂ ਪੱਟ ਲੈਣਾ, ਮੈਂ ਕੁਝ ਨਹੀਂ ਆਖਾਂਗਾ। ਸਤਿਗੁਰੂ ਅਰਜਨ ਦੇਵ ਸਾਹਿਬ ਦੇ ਪਾਸ ਭਾਈ ਪ੍ਰਾਣਾ ਜੀ ਆ ਗਏ। ਨਾਲ ਇੱਕ ਤਰਖਾਣ ਸਿੱਖ ਸੀ, ਭਾਈ ਸਧਾਰਨ ਉਹਦਾ ਨਾਮ ਸੀ। ਸਤਿਗੁਰੂ ਅਰਜਨ ਦੇਵ ਸਾਹਿਬ ਦੇ ਚਰਨੀ ਮੱਥਾ ਟੇਕਿਆ। ਮਹਾਰਾਜ ਰੁੱਖ ਵੱਢਣ ਗਏ, ਰੁੱਖ ਤਾਂ ਵਾਕਈ ਬਾ ਕਮਾਲ ਆਪਣੇ ਕੰਮ ਦਾ ਹੈ, ਪਰ ਉੱਥੋਂ ਮਹਾਰਾਜ ਆ ਆਵਾਜ਼ ਆਈ ਆ ਵੀ ਮੇਰਾ ਘਰ ਨਾ ਜਾੜੋ, ਮੈਂ ਗੁਰੂ ਘਰ ਦਾ ਕੁਝ ਵਿਗਾੜਿਆ ਨਹੀਂ। ਸੁਣ ਕੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਿਰ ਆਪ ਗਏ ਉਸ ਸਥਾਨ 'ਤੇ। ਤਾਂ ਮਹਾਰਾਜ ਨੂੰ ਵੇਖਿਆ, ਆਇਆ ਨਮਸਕਾਰ ਕੀਤੀ ਉਸ ਰਿਸ਼ੀ ਤਪੀ ਨੇ ਬਚਨਾਂ ਦੇ ਨਾਲ, ਆਵਾਜ਼ ਨਾਲ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖਿਆ, ਮਹਾਰਾਜ ਵੀ ਮੇਰੀ ਅਰਜ਼ ਹੈ ਵੀ ਆਪ ਜੀ ਨਾ ਇਹ ਰੁੱਖ ਪੱਟੋ, ਕੋਈ ਹੋਰ ਵੇਖ ਲਓ। ਸਤਿਗੁਰੂ ਕਹਿੰਦੇ ਵੀ ਇਹ ਤਪੀ ਜੀ ਸਾਨੂੰ ਮਿਲਿਆ ਨਹੀਂ ਰੁੱਖ ਕਿਤੋਂ ਵੀ, ਬਾਕੀ ਤੂੰ ਗੁਰੂ ਘਰ 'ਤੇ ਪ੍ਰੇਮ ਸ਼ਰਧਾ ਭਾਵਨਾ ਰੱਖਦਾ, ਤੇਰੀ ਅਸੀਂ ਪੂਜਾ ਹਟਾਵਾਂਗੇ ਨਹੀਂ, ਸਗੋਂ ਦੁੱਗਣੀ ਚੌਣੀ ਕਰ ਦਿਆਂਗੇ। ਤੋ ਇਹ ਮਹਾਰਾਜ ਨੇ ਬਚਨ ਕਹੇ ਵੀ ਤੈਨੂੰ ਥੰਮ ਰੂਪ ਵਿੱਚ ਉੱਥੇ ਅਸੀਂ ਸਥਿਤ ਕਰਾਂਗੇ, ਜਿੱਥੇ ਦਿਨ ਰਾਤ ਅਕਾਲ ਪੁਰਖ ਦੀ ਪੂਜਾ ਹੁੰਦੀ, ਦਰਬਾਰ ਬਣਨਾ ਜਿੱਥੇ, ਤੇ ਬੇਅੰਤ ਸੰਗਤਾਂ ਤੇਰੇ ਦਰਸ਼ਨ ਕਰਨਗੀਆਂ, ਤੈਨੂੰ ਨਮਸਕਾਰਾਂ ਕਰਿਆ ਕਰਨਗੀਆਂ। ਇੱਦਾਂ ਸਾਧ ਸੰਗਤ ਫਿਰ ਉਹਨੇ ਖੁਸ਼ੀ ਮਨਾਈ ਵੀ ਚਲੋ ਮਹਾਰਾਜ ਮੇਰਾ ਭਲਾ ਇਸੇ 'ਚ ਹੀ ਮਹਾਰਾਜ ਦੇ ਲੇਖੇ ਲੱਗ ਜਾਵਾਂ ਗੁਰੂ ਘਰ ਦੇ। ਤਾਂ ਭਾਈ ਸਧਾਰਨ ਵਰਗਿਆਂ ਨੇ ਉਹ ਸਾਰਾ ਰੁੱਖ ਟਾਹਲੀ ਦਾ ਪੱਟਿਆ, ਮਿਣ ਕੇ ਜਿੰਨੀ ਲੱਕੜ ਚਾਹੀਦੀ ਲੱਕੜ ਵੱਢ ਲਈ, ਅਤੇ ਖੇਤ 'ਚ ਹੀ ਉਹਨੂੰ ਛਾਂਗ ਛੂੰਗ ਕੇ ਗੋਲ ਕਰ ਲਿਆ, ਹੌਲੀ ਕਰ ਲਿਆ, ਗੱਡਿਆਂ 'ਤੇ ਲੱਦ ਕੇ ਅਤੇ ਕਰਤਾਰਪੁਰ ਸਾਹਿਬ ਨਗਰ ਆ ਗਈ ਲੱਕੜ। ਇੱਥੋਂ ਤੀਕਰ ਕਥਾ ਸੰਗਤ ਜੀ ਆਪਾਂ ਸਰਵਣ ਕਰ ਚੁੱਕੇ ਹਾਂ। ਜਿਵੇਂ ਉਹ ਫਿਰ ਲੱਕੜ ਮਹਾਰਾਜ ਸੱਚੇ ਪਾਤਸ਼ਾਹ
ਦੀ ਆਗਿਆ ਲੈ ਕੇ ਸਿੱਖਾਂ ਨੇ ਜਿਵੇਂ ਤਿਆਰ ਦਰਬਾਰ ਹੋਇਆ ਕਰਤਾਰਪੁਰ ਸਾਹਿਬ ਦਾ ਥੰਮ ਸਾਹਿਬ, ਉਹ ਕਥਾ ਸਾਧ ਸੰਗਤ ਜੀ ਆਪਾਂ ਰਲ ਮਿਲ ਕਰਕੇ ਵਿਚਾਰਨਾ ਕਰੀਏ ਜੀ। ਧੰਨ 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 ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਗਰੀਬ ਨਵਾਜ ਗੁਰੂ ਅਰਜਨ ਦੇਵ ਨਿਰੰਕਾਰ ਪਾਤਸ਼ਾਹ ਨੂੰ ਹਿਰਦੇ ਵਿੱਚ ਵਸਾਉਂਦਿਆਂ ਹੋਇਆਂ ਸਭ ਸੰਗਤ ਰਸਨਾ ਕਰੀਏ ਪਵਿੱਤਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਬ ਕਾਰੀਗਰ ਜਬੈ ਨਿਹਾਰਾ। ਸਾਧ ਸੰਗਤ ਜੀ ਇੱਦਾਂ ਫਿਰ ਕਾਰੀਗਰ ਜਿਹੜਾ ਸੀ ਜਦੋਂ ਲੱਕੜ ਇੱਥੇ ਆ ਗਈ ਨਾ ਤੇ ਫਿਰ ਤਰਖਾਣ ਅੱਡ ਹੁੰਦਾ ਤੇ ਰਾਜ ਮਿਸਤਰੀ ਦਾ ਕੰਮ ਫਿਰ ਆਪਦਾ ਹੁੰਦਾ ਚਣਾਈ ਦਾ। ਜਿਹੜੇ ਚਨਾਈ ਵਾਲੇ ਮਿਸਤਰੀ ਸਨ, ਇਹ ਸਾਰੀ ਕਥਾ ਫਿਰ ਬੇਨਤੀ ਕਰੀਏ ਵੀ ਕਰਤਾਰਪੁਰ ਸਾਹਿਬ ਦੇ ਅੰਦਰ ਧੰਨ ਗੁਰੂ ਹਰਿਰਾਏ ਸਾਹਿਬ ਜੀ ਆਏ ਹੋਏ ਆ ਕਰਤਾਰਪੁਰ ਸਾਹਿਬ ਦੁਆਬੇ, ਅਤੇ ਕਰਤਾਰਪੁਰ ਸਾਹਿਬ ਦੇ ਬਜ਼ੁਰਗਾਂ ਤੋਂ ਗੁਰੂ ਹਰਿਰਾਏ ਸਾਹਿਬ ਦੀ ਕਥਾ ਸੁਣ ਰਹੇ ਵੀ ਕਰਤਾਰਪੁਰ ਸਾਹਿਬ ਕਿਵੇਂ ਵਸਿਆ ਸੀ। ਪਹਿਲਾਂ ਉਹਨਾਂ ਪਿੰਡ ਵਸਣ ਦੀ ਕਥਾ, ਫਿਰ ਛੇਵੇਂ ਪਾਤਸ਼ਾਹ ਦਾ ਜੋ ਜੰਗ ਹੋਇਆ ਉਹਦੀ ਕਥਾ ਸੁਣਾਈ ਗੁਰੂ ਹਰਿਰਾਏ ਸਾਹਿਬ ਨੂੰ। ਹੁਣ ਉਹ ਕਥਾ ਬਜ਼ੁਰਗ ਸੁਣਾ ਰਹੇ ਹੈ ਕਰਤਾਰਪੁਰ ਸਾਹਿਬ ਦਾ ਦਰਬਾਰ ਕਿਵੇਂ ਬਣਿਆ ਸੀ। ਉਹ ਕਹਿੰਦੇ ਹੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਜਦੋਂ ਲੱਕੜ ਭਾਈ ਸੁਧਾਰ ਨੇ ਗੋਲ ਸ਼ਤੀਰ ਕੱਢ ਦਿੱਤਾ ਨਾ, ਰੰਦੇ ਮਾਰ ਮਾਰ ਸਾਫ ਸੁਥਰੀ ਕਰ ਦਿੱਤੀ, ਕਰਤਾਰਪੁਰ ਸਾਹਿਬ ਲੱਕੜ ਲੈ ਆਂਦੀ ਗੱਡਿਆਂ ਬਲਦਾਂ 'ਤੇ ਲੱਦ ਕੇ, ਤਾਂ ਜਿਹੜਾ ਕਾਰੀਗਰ ਜਿਹਨੇ ਚਣਾਈ ਕਰਨੀ ਸੀ, ਜਿਸ ਮਿਸਤਰੀ ਨੇ, ਉਹ ਨੇੜੇ ਆਇਆ ਲੱਕੜ ਵੇਖਣ ਵਾਸਤੇ। ਖਰੋ ਕਰਨ ਕੋ ਵਿਉਂਤ ਵਿਚਾਰਾ। ਤੇ ਚਲੋ ਵਿਉਂਤ ਬਣਾਈ ਵੀ ਹੁਣ ਇਹ ਥੰਮੜਾ ਜਿਹੜਾ ਲੱਕੜ ਦਾ ਥੰਮ ਹੈ ਨਾ ਉਹ ਖੜਾ ਕੀਤਾ ਜਾਵੇ। ਤਾਂ ਵਿਉਂਤਾਂ ਬਣਨ ਲੱਗੀਆਂ, ਭਾਰ ਬਹੁਤ ਸੀਗਾ ਤੇ ਲੱਕੜ ਖੜੀ ਕਰਨ ਦੀ ਵਿਉਂਤ ਬਣੀ ਹੈ। ਨਰ ਗਨ ਲਗੇ ਉਚਾਇਓ ਸੋਏ। ਬੇਅੰਤ ਸੰਗਤਾਂ ਲਾਈਆਂ ਤੇ ਰੱਸੇ ਪਾ ਪਾ ਕੇ ਤੁਲਾਂ ਲਾ ਲਾ ਕੇ ਬਹੁਤ ਸ਼ਿੱਦਤ ਦੇ ਨਾਲ ਉਹ ਥੰਮ ਨੂੰ ਖੜਾ ਕੀਤਾ ਗਿਆ ਹੈ। ਖਰੋ ਕਰਿਓ ਆਛੋ ਥਲ ਜੋਏ। ਜਿੱਥੇ ਦਰਬਾਰ ਬਣਨਾ ਸੀ ਵਿਚਕਾਰ ਉਹਦੇ ਉਹ ਥੰਮੜਾ ਖੜਾ ਕੀਤਾ ਹੈ। ਚਹਿਅਤ ਹਾਥ ਸਵਾ ਨੌ ਥੰਭਾ। ਤੇ ਉਹ ਸਵਾ 9 ਹੱਥ ਥੰਮ ਚਾਹੀਦਾ ਸੀਗਾ ਉਹ, ਜਿਹਦੇ ਉੱਤੇ ਦਰਬਾਰ ਜਾਂ ਜਿਹਦੇ ਉੱਤੇ ਛੱਤ ਪੈ ਕੇ ਧਰਮਸ਼ਾਲਾ ਬਣਨੀ ਹੈ, ਦੀਵਾਨ ਹਾਲ ਸਜਣਾ। ਸਵਾ 9 ਕਿਉਂਕਿ ਉਦੋਂ ਫੁੱਟ ਫੱਟ ਤਾਂ ਨਹੀਂ ਸਨਗੇ, ਹੱਥ ਨਾਲ ਹੀ ਅੰਦਾਜ਼ਾ ਮਿਣਦੇ ਸੀ। ਸਵਾ 9 ਹੱਥ ਉਹਦੀ ਮਿਣਤੀ ਚਾਹੀਦੀ ਸੀ। ਭਇਓ ਕਮੀ ਪਿਖ ਹਿਰਦੇ ਅਚੰਭਾ। ਪਰ ਉਹ ਤਰਖਾਣ ਪਾਈ ਸਧਾਰਨ ਨੂੰ ਕਿਤੇ ਭੁਲੇਖਾ ਲੱਗਿਆ ਤੇ ਸੰਗਤ ਜੀ ਉਹਨੇ 8 ਉਂਗਲਾਂ ਘੱਟ ਵੱਢ ਬੈਠਾ ਕਿਤੇ ਉਹ ਥੰਮਲੇ ਨੂੰ ਭੁਲੇਖੇ 'ਚ। ਜਦੋਂ ਮਿਣਤੀ ਕੀਤੀ ਉਹ ਰਾਜ ਮਿਸਤਰੀ ਨੇ, ਕਾਰੀਗਰ ਨੇ, ਚਣਾਈ ਵਾਲੇ ਨੇ, ਤੇ ਸਾਰਿਆਂ ਦੇ ਮਨ 'ਚ ਬੜੀ ਹੈਰਾਨੀ ਹੋਈ ਹੈ। ਅਸ਼ਟ ਆਂਗੁਰੀ ਘਟ ਸੋ ਹੋਇਓ। ਉਹ ਸਵਾ 9 ਹੱਥ ਤੋਂ ਸਾਧ ਸੰਗਤ ਜੀ 8 ਉਂਗਲਾਂ ਜਿਹੜਾ ਥੰਮ ਉਹ ਘੱਟ ਹੈ। ਮਿਣਤੀ ਜਿੰਨਾ ਚਾਹੀਦਾ ਸੀ ਉਹਦੇ ਤੋਂ 8 ਉਂਗਲਾਂ ਖੜਾ ਕੀਤੇ ਤੋਂ ਛੋਟਾ ਰਹਿ ਗਿਆ ਹੈ। ਬਿਗੜਿਓ ਕਾਜ ਮਿਨਿਓ ਜਬ ਜੋਇਓ। ਸਭ ਦੇ ਮਨ ਢਹਿ ਗਏ, ਵੇਖਿਆ ਵੀ ਇਹ ਤਾਂ ਬਹੁਤ ਭਾਰੀ ਨੁਕਸਾਨ ਹੋ ਗਿਆ, ਬੜਾ ਕੰਮ ਵਿਗੜ ਗਿਆ ਹੈ। ਅਬਰ ਨ ਪਈਅਤ ਹੈ ਸੰਭਿਆ ਕੇ। ਵੀ ਇਹਦੇ ਵਰਗੀ ਲੱਕੜ ਹੋਰ ਕੀ ਮਿਲਣੀ ਨਹੀਂ, ਮਸਾਂ ਲੱਕੜ ਭਾਲੀ ਮਿਲੀ ਹੈ। ਉਹ ਜਿਹੜੀ 8 ਉਂਗਲਾਂ ਘੱਟ ਬਾਕੀ ਰਹਿ ਗਈ ਹੈ। ਮੰਦਿਰ ਬਨਹਿ ਆਸਰੇ ਕਾਂਕੇ। ਹੁਣ ਕਿਹਦੇ ਆਸਰੇ ਗੁਰੂ ਕਾ ਮਹਿਲ ਬਣੇਗਾ, ਗੁਰੂ ਕਾ ਦੀਵਾਨ ਹਾਲ ਬਣੇਗਾ। ਵੀ ਲੱਕੜ ਤਾਂ ਇੱਥੇ ਪੂਰੀ ਨਹੀਂ ਆਉਣੀ ਹੈ। ਗੁਰ ਆਗੇ ਤਬ ਅਰਜ ਗੁਜਾਰੇ। ਤਾਂ ਉਹ ਮਿਸਤਰੀਆਂ ਜਾਂ ਸਿੱਖਾਂ ਸੰਗਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ ਸੀ, ਪ੍ਰਭੂ ਜੀ ਦੀਰਘ ਕਾਜ ਬਿਗਾਰੇ। ਮਹਾਰਾਜ ਬਹੁਤ ਵੱਡਾ ਕਾਰਜ ਜਿਹੜਾ ਵਿਗੜ ਗਿਆ। ਭਾਈ ਸਧਾਰਨ ਤਰਖਾਣ ਨੂੰ ਕੋ ਭੁਲੇਖਾ ਲੱਗਿਆ ਵੱਡਾ ਹੀ। ਦੁਰਲਭ ਦਾਰ ਯਤਨ ਕਰ ਲੀਨ। ਵੇਖੋ ਜਿਹੜੀ ਲੱਕੜ ਮਸਾਂ ਆਪ ਦੀਆਂ ਬੜੇ ਯਤਨ ਕਰਕੇ ਉਹ ਟਾਹਲੀ ਦੇ ਰੁੱਖ ਨੂੰ ਆਪਾਂ ਮਸਾਂ ਪ੍ਰਾਪਤ ਕੀਤਾ, ਵੱਡੀ ਲੱਕੜ ਬੜੀ ਔਖੀ ਮਿਲੀ ਹੈ। ਅਸ਼ਟ ਆਂਗੁਰੀ ਭਇਓ ਤੇ ਬਿਹੀਨ। ਮਹਾਰਾਜ ਲੱਕੜ ਇੱਕ ਤਾਂ ਮਿਲੀ ਔਖੀ ਤੇ ਕੰਮ ਵੀ ਨਹੀਂ ਸਰਿਆ। 8 ਉਂਗਲਾਂ ਲੱਕੜ ਮਹਾਰਾਜ ਆਪਣੀ ਕੰਮ ਦੀ ਗਿਣਤੀ ਤੋਂ ਘੱਟ ਬਾਕੀ ਰਹਿ ਗਈ ਹੈ। ਸਗਰੋ ਸਦਨ ਬਿਗਰ ਕਰ ਤੇ ਜਾਏ। ਮਹਾਰਾਜ ਜੇ ਆਪਾਂ ਇਹ ਲਾ ਦਿੱਤੀ ਤੇ ਛੱਤ ਨੀਵੀਂ ਰਹੇਗੀ, 8 ਉਂਗਲਾਂ ਚਫੇਰਾ ਉੱਚਾ ਹੋ ਕੇ ਤੇ ਵਿੱਚ ਪਾਣੀ ਖੜਿਆ ਕਰੇਗਾ। ਸਤਿਗੁਰੂ ਜੀ ਕਾਰਜ ਪੂਰਾ ਨਹੀਂ ਹੋਣਾ, ਬੜਾ ਭਾਰੀ ਕੰਮ ਵਿਗੜ ਜਾਏਗਾ। ਜੇ ਇਸ ਪਰ ਅਬ ਚਨਹਿ ਬਣਾਏ। ਜੇ ਇਹਦੇ ਉੱਪਰ ਚਣਾਈ ਕਰਕੇ ਬਣਾ ਵੀ ਦਈਏ ਮਹਾਰਾਜ ਇਹਨੂੰ, ਛੱਤ ਨੂੰ ਭਾਵ 8 ਜਿਹੜਾ ਉਹ ਇਵੇਂ ਥੰਮੜਾ ਪੂਰਾ ਕਰਕੇ ਲਾ ਦਈਏ ਜਿੰਨਾ ਹੈਗਾ,
ਇਦਾਂ ਹੀ ਜੇ ਗੱਡ ਦਿੰਦੇ ਹਾਂ। ਅਪਰ ਉਪਾਈ ਨਹੀਂ ਬਨ ਤੇ ਆਵੈ। ਹੋਰ ਤਾਂ ਮਹਾਰਾਜ ਫਿਰ ਕੋਈ ਹੱਲ ਨਹੀਂ ਨਾ, ਫਿਰ ਛੱਤ ਮਹਾਰਾਜ ਨੀਵੀਂ ਰਹਿ ਗਈ, ਉੱਪਰੋਂ ਫਿਰ ਪਾਣੀ ਕੱਢਿਆ ਪੈਣਾ ਕਰਨਾ ਹੈ। ਕਰਹਿ ਜਥਾ ਰਾਵਰ ਕੁਹ ਭਾਵੈ। ਬਾਕੀ ਹੁਣ ਤੁਸੀਂ ਦੱਸੋ ਮਹਾਰਾਜ ਕੀ ਕਰੀਏ, ਜਿਵੇਂ ਆਪ ਜੀ ਦਾ ਹੁਕਮ ਹੋਏਗਾ ਅਸੀਂ ਉਸੇ ਤਰ੍ਹਾਂ ਕਰ ਕਰਾ ਲਵਾਂਗੇ। ਸੁਨ ਸਤਿਗੁਰ ਚਲ ਆਈ ਤਹਾਂ। ਸੁਣ ਕੇ ਸਾਧ ਸੰਗਤ ਜੀ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਉੱਥੇ ਚੱਲ ਆਏ ਜਿੱਥੇ ਥੰਮਲਾ ਗੱਡਣਾ ਹੈ ਨਾ, ਥੰਮ ਲਾਉਣਾ ਹੈ, ਦੀਵਾਨ ਹਾਲ ਦੇ ਵਿਚਕਾਰ ਪਾਤਸ਼ਾਹ ਜੀ ਪਹੁੰਚੇ ਹਨ। ਖਰੋ ਸਥੰਭ ਹੀਨ ਹੋਏ ਜਹਾਂ। ਮਹਾਰਾਜ ਨੇ ਵੇਖਿਆ 8 ਉਂਗਲਾਂ ਥੁੜਿਆ ਹੋਇਆ ਥੰਮਲਾ ਜਾਂ ਲੱਕੜ ਦਾ ਟਾਹਲੀ ਦਾ ਉਹ ਖੜਾ ਹੋਇਆ ਹੈ। ਬਿਗਨ ਸਦਨ ਕੇ ਬਿਨ ਬਨ ਬੇ ਬਿਖੇ। ਦੁਬਾਰਾ ਪੜੋ। ਬਿਗਨ ਸਦਨ ਕੇ ਬਨ ਬੇ ਬਿਖੇ। ਕਹਿੰਦੇ ਉਹ ਜਿਹੜਾ ਘਰ ਬਣਨਾ ਸੀ ਮਹਾਰਾਜ ਦਾ ਦੀਵਾਨ, ਉਹਦੇ ਵਿੱਚ ਵਿਘਨ ਪੈ ਗਿਆ, ਵੀ ਵਿਘਨ ਵੱਡਾ 8 ਉਂਗਲਾਂ ਥੰਮਲਾ ਥੋੜਾ ਰਹਿ ਗਿਆ। ਸਤਿਗੁਰੂ ਅਰਜਨ ਦੇਵ ਸਾਹਿਬ ਨੇ ਆ ਕੇ ਵੇਖਿਆ ਹੈ। ਠਾਂਡੇ ਮਾਨਵ ਸਗਰੇ ਤੇ ਪਿਖੇ। ਬੇਅੰਤ ਮਨੁੱਖ ਉੱਥੇ ਖੜੇ ਸੱਚੇ ਪਾਤਸ਼ਾਹ ਨੇ ਅੱਖਾਂ ਨਾਲ ਵੇਖੇ, ਬੜੀ ਸੰਗਤ ਵੇਖਣ ਆਈ ਹੋਈ ਹੈ। ਪਸ਼ਚਾਤਾਪ ਕਰਹਿ ਮੁਖ ਭਾਖੇ। ਸਾਰੇ ਪਛੋਤਾਵਾ ਕਰਦੇ, ਮੁਖੋਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਵੀ ਇਹ ਕੀ ਭਾਣਾ ਵਾਪਰਿਆ। ਮਸਾਂ ਕਈ ਮਹੀਨਿਆਂ ਵਿੱਚ ਲੱਕੜ ਪ੍ਰਾਪਤ ਹੋਈ, ਉਹ ਵੀ ਛੋਟੀ ਰਹਿ ਗਈ ਹੈ। ਇਸਕੇ ਸਮ ਅਬ ਕਹਾਂ ਤੇ ਪਿਲਾਖੇ। ਇਹੋ ਜੀ ਲੱਕੜ ਦੀ ਹੁਣ ਕਿੱਥੋਂ ਇੱਛਾ ਕਰਾਂਗੇ, ਹੋਰ ਕਿਤੋਂ ਇਹ ਲੱਕੜ ਐਡੀ ਮਿਲਣੀ ਨਹੀਂ ਹੈ। ਭਾਰੀ ਤਰ ਛੇਦਨ ਕਰ ਖੋਇਓ। ਵੀ ਐਡੀ ਵੱਡੀ ਲੱਕੜ ਸੀ ਤੇ ਭਾਈ ਸਿਧਾਰਨ ਨੂੰ ਭੁਲੇਖਾ ਲੱਗਣ ਕਰਕੇ ਉਹ ਸਾਰੀ ਲੱਕੜ ਗਵਾ ਦਿੱਤੀ ਹੈ। ਇਹੋ ਜਿਹੀ ਭਾਰੀ ਕਾਲੀ ਲੱਕੜ ਟਾਹਲੀ ਹੁਣ ਮਿਲਣੀ ਨਹੀਂ ਹੈ। ਨਾਹਿਨ ਕਾਮ ਧਾਮ ਕੋ ਹੋਇਓ। ਤੇ ਮਹਾਰਾਜ ਦੇ ਦੀਵਾਨ ਹਾਲ ਬਣਨ ਦਾ ਕੰਮ ਹੁਣ ਵਿੱਚ ਰਹਿ ਜਾਣਾ ਹੈ। ਇਦਾਂ ਦੀਆਂ ਸੰਗਤਾਂ ਗੱਲਾਂ ਮਨ ਹੀ ਮਨ ਵਿੱਚ ਕਰਦੀਆਂ ਜਾਂ ਮੂੰਹ ਮੂੰਹ ਕਰਦੀਆਂ ਹਨ। ਸ੍ਰੀ ਅਰਜਨ ਲਗ ਦੇਖਨ ਕੀਨਾ। ਇੰਨੇ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਆ ਗਏ। ਮਹਾਰਾਜ ਨੇ ਆ ਕੇ ਉਹ ਥੰਮਲਾ ਜਿਹਾ ਨੀਵਾਂ 8 ਉਂਗਲਾਂ ਵੇਖਿਆ ਹੈ। ਭਇਓ ਵਿਫਲ ਹੀ ਦੀਰਘ ਪੀਨਾ। ਤੇ ਮਨ ਚ ਜਾਣਿਆ ਵੀ ਵੇਖੋ ਕਿੱਡੀ ਵੱਡੀ ਲੱਕੜ ਸੀ, ਤੇ ਅਸੀਂ ਤਪੀ ਨਾਲ ਵਾਅਦਾ ਕੀਤਾ ਵੀ ਤੇਰੀ ਪੂਜਾ ਹੋਇਆ ਕਰੇਗੀ ਥੰਮਲੇ ਦੇ ਰੂਪ ਵਿੱਚ, ਤੇ ਉਹ ਕਾਰਜ ਵੀ ਨਹੀਂ ਪੂਰਾ ਹੋਇਆ। ਕਿੱਡੀ ਭਾਰੀ ਲੱਕੜ ਵੀ ਜਿਹੜੀ ਬੇਕਾਰ ਹੋ ਗਈ ਹੈ। ਸ੍ਰੀ ਮੁਖ ਤੇ ਕੀਨ ਸਫੁਰ ਮਾਵਨ। ਵਿਚਾਰਦੇ ਹੋਏ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਸਭ ਸੰਗਤਾਂ ਦੇ ਵਿੱਚ ਖੜਿਆਂ ਹੋਇਆਂ ਮੁਖੋਂ ਇਹ ਬਚਨ ਫਰਮਾਇਆ ਹੈ। ਗੁਰ ਕਰ ਹਿਤ ਤਰ ਛਦਿਓ ਕਰਾਵਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਗੁਰੂ ਘਰ ਦੀ ਕਾਰ ਸੇਵਾ ਵਾਸਤੇ ਇਹ ਜਿਹੜਾ ਭਾਰੀ ਰੁੱਖ ਆਪਾਂ ਪੱਟਿਆ ਵੀ ਆ ਤੇ ਇਹਨੂੰ ਘੜਿਆ, ਇਹਨੂੰ ਜਿਹੜਾ ਆ ਬਣਾਇਆ ਇਹਦਾ ਥੰਮਲਾ ਜਿਹਾ। ਆਪਨ ਖੁਸ਼ੀ ਤੇ ਪ੍ਰਥਮ ਵਿਸਾਲਾ। ਤੇ ਇਸ ਕਰਕੇ ਜਿਵੇਂ ਪਹਿਲਾਂ ਵੱਧਦਾ ਹੀ ਰਿਹਾ ਰੁੱਖ, ਭਾਵ ਜਦੋਂ ਰੁੱਖ ਬੀਜੀ ਦਾ ਫਿਰ ਵੱਧ ਕੇ ਵੱਡਾ ਹੁੰਦਾ। ਮਹਾਰਾਜ ਕਹਿੰਦੇ ਵੀ ਇਹ ਥੰਮਲੇ ਜਾਂ ਸੰਗਤ ਨੂੰ ਕਹਿੰਦੇ ਵੀ ਵੇਖੋ ਰੁੱਖ ਦੀ ਮਰਿਆਦਾ ਹੁੰਦੀ, ਰੁੱਖ ਵੱਧਦਾ ਹੀ ਰਹਿੰਦਾ। ਤੇ ਹੁਣ ਤੱਕ ਇਹ ਰੁੱਖ ਵੱਧਦਾ ਹੀ ਗਿਆ ਹੈ। ਨਿੱਕੇ ਜਿਹੇ ਤੋਂ ਕਿੱਡਾ ਵੱਡਾ ਟਾਹਲੀ ਬਣ ਗਈ ਸੀ। ਵਧਿਓ ਹੁਤੋ ਇਹ ਬ੍ਰਿੰਦ ਸਡਾਲਾ। ਵੀ ਵੇਖੋ ਇਹਦੀਆਂ ਕਿੰਨੀਆਂ ਟਾਹਣੀਆਂ ਤੇ ਹੋਰ ਪੱਤੇ ਗਾਂ ਦੀ ਗਾਂ ਹੋਰ ਛੋਟੇ ਵੱਡੇ ਟਾਹਣਾ ਕਰਕੇ ਨਿੱਕੇ ਜਿਹੇ ਬੀ ਤੋਂ ਲੈ ਕੇ ਤੇ ਕਿੱਡਾ ਵੱਡਾ ਰੁੱਖ ਬਣਿਆ ਹੈ। ਸਤ ਸੰਗਤ ਸਤਨਾਮ ਸਦਨ ਮੈਂ। ਤੇ ਇਹ ਜਿਹੜਾ ਸਥਾਨ ਬਣ ਰਿਹਾ ਇਹ ਸਾਧ ਸੰਗਤ ਦੇ ਬਹਿਣ ਵਾਸਤੇ ਬਣ ਰਿਹਾ ਹੈ। ਇੱਥੇ ਵਾਹਿਗੁਰੂ 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 ਨਾਮ ਸਿਮਰਨ ਬੰਦਗੀ ਆਸਾ ਦੀ ਵਾਰ ਦਾ ਕੀਰਤਨ, ਭਾਰੀ ਦੀਵਾਨ ਸਜਣਾ, ਇੱਥੇ ਬੜੀਆਂ ਭਾਰੀ ਸੰਗਤਾਂ ਆਉਣੀਆਂ ਹਨ। ਇਸ ਘਰ ਮਹਿ ਸਿਮਰਹਿ ਨਿਸ ਦਿਨ ਮੈਂ। ਤੇ ਇਸ ਘਰ ਵਿੱਚ ਜਿਹੜੇ ਅਕਾਲ ਪੁਰਖ ਦੀ ਚੇਤਨ ਸੱਤਾ ਪਾ ਕੇ ਨਿੱਕੇ ਨਿੱਕੇ ਰੁੱਖ ਵੱਡੇ ਹੁੰਦੇ ਆ, ਵੱਡੀਆਂ ਚੀਜ਼ਾਂ ਛੋਟੀਆਂ, ਵੀ ਉਹ ਅਕਾਲ ਪੁਰਖ ਦੀ ਜਿਵੇਂ ਚੇਤਨ ਸੱਤਾ ਪਾ ਕੇ ਛੋਟੇ ਰੁੱਖ ਵੱਧਦੇ ਰਹਿੰਦੇ, ਟਾਹਲੀ ਵੀ ਵਧੀ ਰਹੀ ਆ, ਹੁਣ ਤੱਕ ਵੱਧਦੀ ਆਈ ਹੈ। ਉਸੇ ਅਕਾਲ ਪੁਰਖ ਉਹ ਪਰਮੇਸ਼ਰ ਪ੍ਰਭੂ ਦੀ ਬੰਦਗੀ ਸਿਮਰਨ, ਉਹਦੀ ਵਡਿਆਈ ਸੋਭਾ ਇਸ ਘਰ ਵਿੱਚ ਹੋਣੀ, ਜਿਹੜਾ ਅਸੀਂ ਦੀਵਾਨ ਬਣਾ ਰਹੇ ਹਾਂ। ਜਾਂ ਤੇ ਇਹ ਅਬ ਹਮਾਰੇ ਕਹੇ। ਇਸ ਕਰਕੇ ਸੰਗਤ ਨੂੰ ਮਹਾਰਾਜ ਕਹਿੰਦੇ ਜਿਵੇਂ ਲੱਕੜ ਪਹਿਲਾਂ ਵੱਧਦੀ ਰਹੀ ਹੈ, ਇਸੇ ਤਰ੍ਹਾਂ ਹੁਣ ਸਾਡੇ ਆਖੇ ਲੱਗ ਕਰਕੇ ਵਧ ਹੈ ਵਿਸਾਲ ਜਿਤਕ ਇਤ ਚਾਹੇ। ਜਿੰਨੀ ਕੁ ਚਾਹੀਦੀ ਭਾਵ 8 ਉਂਗਲਾਂ ਥੋੜ ਹੈ, ਉਹਨਾਂ ਕੁ ਇਹ ਥੰਮਲਾ ਹੁਣ ਲੰਮਾ ਹੋ ਜਾਏਗਾ। ਸਭ ਨਰ ਬ੍ਰਿੰਦ ਬਿਲੋਕਤ ਠਾਢੇ। ਮਹਾਰਾਜ ਨੇ ਬਚਨ ਕੀਤਾ, ਸਾਰੀਆਂ ਸੰਗਤਾਂ ਅੱਖਾਂ ਅੱਡ ਅੱਡ ਕੇ ਉਹ ਥੰਮਲੇ ਵੱਲ ਵੇਖ ਰਹੀਆਂ ਹਨ। ਤਤ ਸਿਨ ਅਸ਼ਟ ਆਂਗੁਰੀ ਬਾਢੇ। ਤੇ ਜਦੋਂ ਥੰਮਲਾ ਲਾਇਆ ਨਾ, ਫਿਰ ਉਹ ਛੱਤ ਦੇ ਹੇਠਾਂ ਜਿੱਥੇ ਲਾਉਣਾ ਸੀ ਮਿਣ ਕੇ ਵੇਖਿਆ ਤੇ 8 ਉਂਗਲਾਂ ਪਹਿਲਾਂ ਘੱਟ ਸੀ ਮਿਣਨ ਤੋਂ। ਜਦੋਂ ਖੜਾ ਕਰਕੇ ਮਹਾਰਾਜ ਦੇ ਬਚਨ ਕਹੇ ਤੋਂ ਬਾਅਦ ਮਿਣਿਆ ਤੇ ਪੂਰਾ 9.25 ਹੱਥ ਹੋ ਗਿਆ। 8 ਉਂਗਲਾਂ ਜਿਹੜੀ ਥੋੜ ਸੀਗੀ
ਉਹ ਪੂਰੀ ਹੋ ਗਈ ਹੈ। ਜਿਤੋ ਚਹਿਤ ਕਾਰੀਗਰ ਤਹਾ ਤੋ ਜਿੰਨਾ ਸਾਧ ਸੰਗ ਜੀ ਕਾਰੀਗਰ ਚਾਹੁੰਦਾ ਸੀ ਨਾ, ਉਸੇ ਤਰ੍ਹਾਂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੇ ਕਹੇ ਤੇ ਕਲਾ ਵਾਪਰ ਗਈ ਹੈ। ਭਇਓ ਤਿਤਕ ਬਿਸਮੇ ਉਰ ਮਹਾ ਸਭ ਵੇਖ ਕੇ ਹੈਰਾਨ ਹੋ ਗਏ, ਜਿੰਨੇ ਵਹਿੰਦੇ ਸੀ ਸਭ ਦੇ ਮੂੰਹ ਅੱਡੇ ਗਏ ਹਨ। ਕਰ ਠਾਢੋ ਨੀਕੇ ਹਰ ਚਲੋ ਖਾਏ ਖੜਾ ਕਰਕੇ ਥੰਬਲਾ ਸੰਗਤ ਜੀ ਤੇ ਸਾਰੇ ਬੜੇ ਖੁਸ਼ ਹੋਏ ਵੀ ਮਹਾਰਾਜ ਦੇ ਘਰ ਦਾ ਕਾਰਜ ਜਿਹੜਾ ਉਹ ਸਿੱਧ ਆ ਗਿਆ। ਲੱਕੜ ਜਿਹੜੀ ਟਾਹਲੀ ਦੀ ਕੀਤੀ ਮਿਹਨਤ ਮਸ਼ੱਕਤ ਥਾਈ ਪੈ ਗਈ ਹੈ। ਰਹਿਬੇ ਹੇਤ ਨਿਕੇਤ ਤੇ ਬਨਾਏ ਇਦਾਂ ਸੰਗਤ ਦੇ ਰਹਿਣ ਵਾਸਤੇ ਬਹਿਣ ਵਾਸਤੇ ਖਾਲਸਾ ਜੀ ਸੋਹਣਾ ਦੀਵਾਨ ਹਾਲ ਬਣਾਇਆ ਗਿਆ। ਇਹ ਗੁਰੂ ਹਰਿਰਾਏ ਸਾਹਿਬ ਨੂੰ ਬਜ਼ੁਰਗ ਕਹਿੰਦੇ ਮਹਾਰਾਜ। ਇਦਾਂ ਫਿਰ ਮਹਾਰਾਜ ਦੇ ਕਹੇ ਤੇ ਲੱਕੜ ਵਧੀ ਤੇ ਸੋਹਣਾ ਦੀਵਾਨ ਹਾਲ ਜਿਹੜਾ ਕਰਤਾਰਪੁਰ ਸਾਹਿਬ ਦਾ ਦਰਬਾਰ ਹੈ ਉਹ ਫਿਰ ਸੰਗਤਾਂ ਨੇ ਕਾਰੀਗਰਾਂ ਰਲ ਮਿਲ ਕੇ ਬਣਾਇਆ। ਗੁਰੂ ਅਰਜਨ ਦੇਵ ਸਾਹਿਬ ਨੇ ਬਣਵਾਇਆ ਹੈ। ਸਤ ਸੰਗਤ ਜੇਤਿਕ ਚਲ ਉਹ ਆਵੈ ਫਿਰ ਜਿੰਨੀ ਸੰਗਤ ਫਿਰ ਚੱਲ ਚੱਲ ਕੇ ਜਦੋਂ ਦਰਬਾਰ ਬਣ ਗਿਆ, ਫਿਰ ਉਹ ਸੰਗਤ ਜਦੋਂ ਕਰਤਾਰਪੁਰ ਸਾਹਿਬ ਕੋਈ ਆਉਂਦੀ ਸੀ ਪ੍ਰਥਮ ਭੇਟ ਦੇ ਸੀਸ ਤੇ ਨਿਵਾਵੈ ਮਹਾਰਾਜ ਦਾ ਬਚਨ ਸੀ ਵੀ ਉਹ ਥੰਮਲਾ ਜਿਹੜਾ ਮਹਾਰਾਜ ਨੇ ਆਖੇ ਸੀ ਨਾ ਵੀ ਤੇਰੀ ਪੂਜਾ ਕਰਿਆ ਕਰਨਗੇ ਸਾਰੇ, ਕੰਮ ਆਉਣਾ ਗੁਰੂ ਘਰ ਦੇ। ਤਾਂ ਇਸ ਕਰਕੇ ਫਿਰ ਉਹ ਥੰਮਲੇ ਨੂੰ ਜਦੋਂ ਸੰਗਤਾਂ ਕਰਤਾਰਪੁਰ ਦੇ ਦਰਬਾਰ ਦਰਸ਼ਨ ਕਰਨ ਆਉਂਦੀਆਂ ਤੇ ਸਾਧ ਸੰਗਤ ਜੀ ਉਹ ਥੰਮ ਸਾਹਿਬ ਸਥਾਨ ਪ੍ਰਸਿੱਧ ਹੋਇਆ ਮਹਾਰਾਜ ਦਾ ਕਰਤਾਰਪੁਰ ਸਾਹਿਬ। ਤੇ ਮਹਾਰਾਜ ਦਾ ਵਰਦਾਨ ਹੋਣ ਕਰਕੇ ਸੰਗਤਾਂ ਫਿਰ ਪਹਿਲਾਂ ਥੰਮ ਸਾਹਿਬ ਨੂੰ ਮੱਥਾ ਟੇਕਦੀਆਂ ਸਨ। ਗੁਰ ਦਰਸ਼ਨ ਕੋ ਦੇਖੈ ਪਾਛੇ ਤੇ ਗੁਰੂ ਅਰਜਨ ਦੇਵ ਸਾਹਿਬ ਗੁਰੂ ਕੇ ਮਹਿਲ ਹੁੰਦੇ ਫਿਰ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ। ਵੀ ਮਹਾਰਾਜ ਦਾ ਉਹ ਬਚਨ ਸੀ ਉਹ ਸੰਗਤਾਂ ਨੇ ਫਿਰ ਉਹ ਐਨ ਭਲੀ ਪੂਤ ਜਿਵੇਂ ਗੋਂਦਵਾਲ ਸਾਹਿਬ ਦੀ ਮਰਿਆਦਾ ਨਾ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਸੀ ਵੀ ਪਹਿਲੇ ਪੰਗਤ ਪਾਛੈ ਸੰਗਤ ਵੀ ਜਿਹਨੇ ਸਾਡੇ ਦਰਸ਼ਨ ਕਰਨੇ ਅਸੀਂ ਉਦੋਂ ਦਰਸ਼ਨ ਦਿਆਂਗੇ ਜਦੋਂ ਪਹਿਲਾਂ ਪੰਗਤ 'ਚ ਬਹਿ ਕੇ ਕੋਈ ਪ੍ਰਸ਼ਾਦਾ ਛਕੇ। ਜਿਹੜੇ ਕੋਈ ਸਿਆਣੇ ਸਿੱਖ ਜਿਨ੍ਹਾਂ ਨੇ ਕਥਾ ਵਾਰਤਾ ਸੁਣੀ ਹੁੰਦੀ ਉਹ ਜਦੋਂ ਗੋਇੰਦਵਾਲ ਜਾਂਦੇ ਪਹਿਲਾਂ ਲੰਗਰ 'ਚ ਜਾਂਦੇ ਸਿੱਧਾ ਉੱਥੇ ਹਾਜ਼ਰੀ ਭਰ ਕੇ ਜਾਂ ਪਹਿਲਾਂ ਬੌਲੀ ਸਾਹਿਬ ਦਾ ਇਸ਼ਨਾਨ ਕਰਦੇ ਫਿਰ ਲੰਗਰ 'ਚ ਜਾਂਦੇ, ਉਦੋਂ ਬਾਅਦ ਜਾਂਦੇ ਆ ਦਰਸ਼ਨ ਕਰਨ ਮਹਾਰਾਜ ਦੇ ਗੁਰੂ ਅਮਰਦਾਸ ਦੇ ਦਰਬਾਰ ਦੇ। ਜਿਹੜੇ ਕੋਈ ਪੁਰਾਣੇ ਸਿੱਖ ਜਾਂ ਜਿਨ੍ਹਾਂ ਨੂੰ ਕੋਈ ਇਤਿਹਾਸ ਬਾਰੇ ਕੋਈ ਪਤਾ ਜਿਹੜੇ ਸੁਣਦੇ ਰਹਿੰਦੇ ਕਥਾ ਤੋਂ ਮਰਿਆਦਾ ਹੁੰਦੀ ਹਰੇਕ ਸਥਾਨ ਦੀ। ਤੋ ਇੱਦਾਂ ਮਹਾਰਾਜ ਗੁਰੂ ਅਮਰਦਾਸ ਦਾ ਵਰਦਾਨ, ਕਿਉਂਕਿ ਅਕਬਰ ਜਦੋਂ ਮਹਾਰਾਜ ਦੇ ਦਰਸ਼ਨ ਕਰਨ ਆਇਆ ਸਿੱਧਾ ਆਇਆ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਬੱਲੂ ਜੀ ਨੇ ਆਖਿਆ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀ ਵੀ ਅਕਬਰ ਦਰਸ਼ਨ ਕਰਨ ਆਇਆ ਦਿੱਲੀ ਦਾ ਬਾਦਸ਼ਾਹ। ਮਹਾਰਾਜ ਕਹਿੰਦੇ ਨੂੰ ਪੁੱਛੋ ਲੰਗਰ 'ਚੋਂ ਆਇਆ ਹੈ ਪ੍ਰਸ਼ਾਦਾ ਛਕਿਆ ਹੈ? ਉਹ ਪੁੱਛਿਆ ਕਹਿੰਦੇ ਨਾ ਮਹਾਰਾਜ ਪਹਿਲਾਂ ਦਰਸ਼ਨ ਹੋ ਜਾਣ। ਮਹਾਰਾਜ ਕਹਿੰਦੇ ਨਹੀਂ ਇਹਨੂੰ ਕਹੋ ਪਹਿਲਾਂ ਪ੍ਰਸ਼ਾਦਾ ਛਕੇ ਫਿਰ ਦਰਸ਼ਨ ਦਿਆਂਗੇ। ਫਿਰ ਅਕਬਰ ਨੇ ਪੰਗਤ 'ਚ ਬਹਿ ਕੇ ਗੱਫਾ ਛਕਿਆ ਤੇ ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਦਰਸ਼ਨ ਦਿੱਤੇ ਸਨ। ਇਹ ਗੋਂਦਵਾਲ ਸਾਹਿਬ ਦੀ ਇੱਦਾਂ ਮਰਿਆਦਾ ਸਾਧ ਸੰਗਤ ਜੀ। ਜਿਵੇਂ ਹਰਿਮੰਦਰ ਸਾਹਿਬ ਹੈ ਪਹਿਲਾਂ ਇਸ਼ਨਾਨ ਕਰਨਾ, ਫਿਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ। ਜਿਹੜਾ ਦਰਸ਼ਨ ਹੈ ਸਾਧ ਸਿੰਘ ਜੀ ਹਰਿਮੰਦਰ ਸਾਹਿਬ ਦਾ, ਇਸ਼ਨਾਨ ਜਿਹੜਾ ਅੰਮ੍ਰਿਤਸਰ ਸਾਹਿਬ ਦਾ, ਕਿਉਂਕਿ ਸਰੋਵਰ ਅੰਮ੍ਰਿਤ ਸਰੋਵਰ ਹੈ ਨਾ ਉਹਦਾ ਨਾਮ ਰਾਮਦਾਸ ਸਰੋਵਰ ਨਾਤੇ। ਤੋ ਇਸ਼ਨਾਨ ਅੰਮ੍ਰਿਤਸਰ ਦਾ, ਦਰਸ਼ਨ ਹਰਿਮੰਦਰ ਸਾਹਿਬ ਦਾ। ਇੱਦਾਂ ਪਹਿਲਾਂ ਦਰਸ਼ਨ ਇਸ਼ਨਾਨ ਭਾਵ ਪਹਿਲਾਂ ਇਸ਼ਨਾਨ ਕਰਨਾ ਅੰਮ੍ਰਿਤਸਰ ਸਰੋਵਰ ਦਾ, ਇਸ਼ਨਾਨ ਤੋਂ ਬਾਅਦ ਸਾਧ ਸੰਗਤ ਜੀ ਫਿਰ ਹਰਿਮੰਦਰ ਸਾਹਿਬ ਦੇ ਦਰਸ਼ਨ ਹੈ। ਤਾਂ ਇੱਦਾਂ ਉਹ ਥਾਂ ਥਾਂ ਮਹਾਰਾਜ ਦੇ ਘਰ ਜਿਵੇਂ ਜਿਵੇਂ ਫਿਰ ਉਹ ਇਤਿਹਾਸ ਦੇ ਵਿੱਚ ਘਟਨਾ ਘਟਦੀਆਂ ਮਰਿਆਦਾ ਸਿੱਖਾਂ ਨੇ ਉਵੇਂ ਹੀ ਰੱਖੀ ਜਿਉਂ ਦੀ ਤਿਉਂ। ਤਾਂ ਇੱਦਾਂ ਜਿਵੇਂ ਫਿਰ ਉਹ ਹਰਿਮੰਦਰ ਸਾਹਿਬ ਅਰਦਾਸ ਹੁੰਦੀ ਹੈ ਨਾ, ਜਿਵੇਂ 3 ਵਜੇ ਆਪਾਂ ਜਾਣ ਦਰਬਾਰ ਸਾਹਿਬ ਅਤੇ ਇੱਕ ਜਿਵੇਂ 12 ਵਜੇ ਅਰਦਾਸ ਹੋ ਜਾਣੀ ਇੱਥੇ ਲਗਭਗ, ਨਾਲੇ ਚੌਂਕੀ ਦੀ ਸਮਾਪਤੀ ਹੁੰਦੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇੱਥੇ ਮਹਾਰਾਜ ਸਜਦੇ ਹੁੰਦੇ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਚੁੱਕਾ ਸੀ ਉਦੋਂ, ਪਹਿਲਾਂ ਜਦੋਂ ਨਹੀਂ ਵੀ ਹੈ ਸੀ ਉਦੋਂ ਹਰਿਮੰਦਰ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜਦੋਂ ਸਜਦੇ ਹੁੰਦੇ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਉਹ 12 ਵਜੇ ਦਾ ਸਮਾਂ ਹੁੰਦਾ, ਜਿਵੇਂ 2 ਪੈਰ ਪਹਿਲੇ ਲੰਘ ਜਾਣ ਤੋਂ ਫਿਰ ਘਰ ਜਾਂਦੇ ਸੀ। ਮਹਾਰਾਜ ਦਾ ਗੁਰੂ ਕੇ ਮਹਿਲ ਘਰ ਆ ਅਕਾਲ ਤਖਤ ਸਾਹਿਬ ਦੇ ਮਗਰਲੇ ਪਾਸੇ, ਸ਼ਾਇਦ ਕਿਸੇ ਦਰਸ਼ਨ ਕੀਤੇ ਹੋਣ। ਅਤੇ ਫਿਰ ਉਦੋਂ ਅਰਦਾਸ ਹੋ ਜਾਣੀ, ਫਿਰ ਮਹਾਰਾਜ ਨੇ ਚੱਲ ਜਾਣਾ। ਫਿਰ ਮਹਾਰਾਜ 1 ਪਹਿਰ ਦਿਨ ਰਹਿੰਦਿਆਂ ਜਿਵੇਂ 3 ਵਜਦੇ ਫਿਰ ਮਹਾਰਾਜ ਜਦੋਂ ਵਾਪਸ ਆਉਂਦੇ ਹੁੰਦੇ ਸੀ ਗੁਰੂ ਕੇ ਮਹਿਲ ਤੋਂ ਆਉਂਦਿਆਂ ਫਿਰ ਅਰਦਾਸ ਹੁੰਦੀ ਸੀ। ਉਹ ਅਰਦਾਸ ਫਿਰ ਉਹ ਮਰਿਆਦਾ ਹਰਿਮੰਦਰ ਸਾਹਿਬ ਇੱਦਾਂ ਉਵੇਂ ਦੀ ਉਵੇਂ, ਜਿਵੇਂ ਬਾਬਾ ਬੁੱਢਾ ਸਾਹਿਬ ਨੇ ਚੌਂਕੀ ਕੱਢੀ ਸੀ, ਉਹ ਚੌਂਕੀ ਅਜੇ ਵੀ ਰਾਤ ਨੂੰ ਕੀਰਤਨ ਨਹੀਂ ਬੰਦ ਹੁੰਦਾ ਦਰਬਾਰ ਸਾਹਿਬ, ਇੱਕ ਵਾਰੀ ਬੰਦ ਹੁੰਦਾ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੀ ਚੌਂਕੀ ਆਉਂਦੀ ਹੈ। ਉਦੋਂ 1 ਵਾਰੀ ਵਿਸ਼ਰਾਮ ਦਿੰਦੇ ਰਾਗੀ ਸਿੱਖ, ਅਤੇ ਉਦੋਂ ਬਾਬਾ ਬੁੱਢਾ ਸਾਹਿਬ ਜੀ ਦੀ ਚੌਂਕੀ ਵੇਲੇ 1 ਵਾਰੀ ਕੀਰਤਨ ਦਾ ਵਿਸ਼ਰਾਮ ਹੁੰਦਾ। ਉਹ ਸਾਰੀ ਪਰਿਕਰਮਾ ਲੈ ਕੇ ਆਉਂਦੀ। ਉਹ ਇੱਦਾਂ ਬੜੀ ਮਰਿਆਦਾ ਮਹਾਰਾਜ ਦੇ ਕਰਦੀ ਉਹ ਸਮਾਂ ਜਿਵੇਂ ਜਿਵੇਂ। ਤੋ ਫਿਰ ਉਹ ਕਰਤਾਰਪੁਰ ਸਾਹਿਬ ਮਹਾਰਾਜ ਦਾ ਬਚਨ ਹੋਣ ਕਰਕੇ ਥੰਮ ਸਾਹਿਬ ਦਾ ਸਥਾਨ ਹੋਇਆ ਉਹ ਜਿਹੜਾ,
ਤੇ ਜਦੋਂ ਸੰਗਤ ਆਉਂਦੀ ਫਿਰ ਪਹਿਲਾਂ ਥੰਮ ਸਾਹਿਬ ਦੇ ਦਰਸ਼ਨ ਕਰਦੀ, ਮੱਥੇ ਟੇਕਦੀ, ਫਿਰ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕਰਦੀ ਸੀ। ਇਮ ਮਨਤਾ ਇਸ ਥਲ ਵੀ ਅੱਛਾ। ਇਹ ਸਤਿਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ ਏਦਾਂ ਨਾ ਉਹ ਥੰਮ ਸਾਹਿਬ ਦੀ ਬੜੀ ਭਾਰੀ ਮਾਨਤਾ ਹੋਈ ਹੈ ਇਸ ਕਰਤਾਰਪੁਰ ਸਾਹਿਬ ਦੇ ਅੰਦਰ। ਸੁਨਹੁ ਗੁਰੂ ਸਿੱਖ ਥੰਮ ਪ੍ਰਸੰਗ। ਤੋ ਏਦਾਂ ਸੰਗਤ ਜੀ ਇਹ ਬਜ਼ੁਰਗਾਂ ਨੇ ਗੁਰੂ ਹਰਿ ਰਾਇ ਸਾਹਿਬ ਨੂੰ ਕਥਾ ਸੁਣਾ ਦਿੱਤੀ, ਸਾਰੀ ਥੰਮ ਸਾਹਿਬ ਜਿਵੇਂ ਸਥਾਨ ਬਣਿਆ ਤੇ ਕਰਤਾਰਪੁਰ ਸਾਹਿਬ ਵਸਿਆ। ਇਹ ਤੋਂ ਬਾਅਦ ਹੁਣ ਜਿਹੜੀ ਕਵੀ ਸੰਤੋਖ ਸਿੰਘ ਸਾਹਿਬ ਹੈ, ਇਹ ਗ੍ਰੰਥ ਕਿਉਂਕਿ ਜੋ ਹੁਣ ਮਗਰੋਂ ਲਿਖਿਆ ਸੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਾਲੇ ਤੋਂ 100 ਸਾਲ ਬਾਅਦ ਇਹ ਸੂਰਜ ਪ੍ਰਕਾਸ਼ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ ਗਿਆ। ਕਵੀ ਸੰਤੋਖ ਸਿੰਘ ਸਾਹਿਬ ਜੀ ਹੁਣ ਆਪਦੇ ਕੋਲੋਂ ਕਹਿੰਦੇ ਇਹ ਕਥਾ ਸ਼ਰਵਣ ਕਰਨ ਵਾਲੇ ਸਰੋਤਾ ਜਣੋ, ਚਲੋ ਇੱਦਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਕਰਤਾਰਪੁਰ ਸਾਹਿਬ ਨਗਰ ਵਸਾਇਆ, ਥੰਮ ਸਾਹਿਬ ਸਥਾਨ ਬਣਿਆ। ਹੁਣ ਜਿਹੜੀ ਕੋਈ ਥੰਮ ਸਾਹਿਬ ਦੀ ਕਥਾ ਹੈ ਕੁਝ ਹੋਰ ਥੋੜ੍ਹੀ ਜੀ, ਉਹ ਕਵੀ ਸੰਤੋਖ ਸਿੰਘ ਸਾਹਿਬ ਜੀ ਆਪਦੇ ਕੋਲੋਂ ਸੁਣਾ ਰਹੇ ਹੈ। ਕਦੋਂ ਦੀ ਕਥਾ ਉਹ ਅੱਗੇ ਸੁਣਦੇ ਹਾਂ ਜੀ। ਮਾਨਵ ਮਨ ਹੈ ਭਾਵਨਾ ਸੰਗ। ਕਹਿੰਦੇ ਵੀ ਇਹ ਸਥਾਨ ਤੇ ਨਾ ਗੁਰੂ ਕੇ ਸਿੱਖ ਬੜੀ ਭਾਰੀ ਨਾ ਮਾਨਤਾ ਦੇ ਨਾਲ ਬੜੇ ਭਾਵਨਾ ਨਾਲ ਥੰਮ ਸਾਹਿਬ ਦੇ ਦਰਸ਼ਨ ਮੇਲੇ ਕਰਦੇ ਰਹੇ ਆ। ਚਿਰੰਕਾਲ ਤਿਸ ਘਰ ਮਹਿ ਰਹਿਓ। ਤੇ ਉਹ ਜਿਹੜਾ ਸੀਗਾ ਹੈ ਉਹ ਜਿਹੜਾ ਹੈ ਆਤਮਾ ਕਹੋ ਜਾਂ ਕੋਈ ਤਪੀ ਦੀ ਰੂਹ ਸੀ ਜਿਹੜੀ ਉਸੇ ਥੰਮ ਸਾਹਿਬ ਦੇ ਵਿੱਚ ਹੀ ਬੜਾ ਲੰਮਾ ਸਮਾਂ ਰਹਿੰਦੀ ਰਹੀ ਹੈ। ਪੂਜਾ ਭਈ ਜਥਾ ਗੁਰ ਕਹਿਓ। ਤੇ ਗੁਰੂ ਅਰਜਨ ਦੇਵ ਨੇ ਜਿਵੇਂ ਬਚਨ ਕੀਤਾ ਸੀ ਮਹਾਰਾਜ ਨੇ, ਇਸੇ ਤਰ੍ਹਾਂ ਥੰਮ ਸਾਹਿਬ ਦੀ ਪੂਜਾ, ਤਪੀ ਦੀ ਬੜੀ ਪੂਜਾ ਹੁੰਦੀ ਹੈ ਥੰਮ ਸਾਹਿਬ ਦੇ ਸਥਾਨ ਤੇ। ਰਾਜ ਖਾਲਸੇ ਕਾ ਜਬ ਭਇਓ। ਤੇ ਸਾਧ ਸੰਗਤ ਜੀ ਫਿਰ ਕਵੀ ਜੀ ਕਹਿੰਦੇ ਜਦੋਂ 10ਵੇਂ ਪਾਤਸ਼ਾਹ ਤੋਂ ਬਾਅਦ ਫਿਰ ਖਾਲਸਾ ਜੰਗਲਾਂ 'ਚ ਰਿਹਾ, ਕੁਝ ਸਮੇਂ ਬਾਅਦ ਫਿਰ ਜੋ ਮਿਸਲਾਂ ਬਣੀਆਂ ਤੇ ਖਾਲਸੇ ਦਾ ਰਾਜ ਜਾਂ ਕਹੋ ਇੱਦਾਂ ਜਦੋਂ ਸਮਾਂ ਆਇਆ ਕੋਈ ਗੁਰੂ ਕਲਗੀਧਰ ਪਾਤਸ਼ਾਹ ਤੋਂ ਬਾਅਦ ਜਦੋਂ ਖਾਲਸਾ ਪੰਥ ਦਾ ਭਾਰੀ ਪ੍ਰਤਾਪ ਵਧਿਆ ਤੇ ਖਾਲਸੇ ਦਾ ਰਾਜ ਆਇਆ ਸੀ। ਤੁਰਕਨ ਸਾਥ ਵੈਰ ਵੱਧ ਗਇਓ। ਤੇ ਖਾਲਸੇ ਦਾ ਤੁਰਕਾਂ ਨਾਲ ਵੈਰ ਬਹੁਤ ਵੱਧ ਗਿਆ ਸੀ ਉਹਨਾਂ ਦਿਨਾਂ ਵਿੱਚ। ਜਦੋਂ 10ਵੇਂ ਪਾਤਸ਼ਾਹ ਤੋਂ ਬਾਅਦ ਬੰਦਾ ਸਿੰਘ ਜੀ ਬਹਾਦਰ ਸੱਚਖੰਡ ਚਾਲਾ ਮਾਰ ਗਏ, ਸ਼ਹੀਦ ਹੋ ਗਏ, ਉਦੋਂ ਬਾਅਦ ਫਿਰ ਕੁਝ ਸਮਾਂ ਜ਼ਕਰੀਏ ਦਾ ਰਿਹਾ। ਫਿਰ ਹੌਲੀ ਹੌਲੀ ਖਾਲਸਾ ਪ੍ਰਤਾਪ ਵੱਧਦਾ ਗਿਆ ਗੁਰੂ ਕੀ ਸਿੱਖਾਂ ਸਿੰਘਾਂ ਦਾ। ਤਾਂ ਖਾਲਸੇ ਦਾ ਜਦੋਂ ਤੁਰਕਾਂ ਨਾਲ ਬੜਾ ਵੈਰ ਵੱਧ ਗਿਆ ਸੀ। ਪਸ਼ਚਮ ਦਿਸ ਕੇ ਜਮੈ ਬਿਸਾਲੇ। ਤੇ ਸਾਧ ਸੰਗਤ ਜੀ ਉਹ ਫਿਰ ਇੱਦਾਂ ਜਦੋਂ ਵੈਰ ਬਹੁਤ ਜ਼ਿਆਦਾ ਵਧਿਆ ਨਾ ਤੇ ਪੱਛਮ ਦਿਸ਼ਾ ਤੋਂ ਭਾਵ ਜਿਵੇਂ ਕੋਈ ਅਹਿਮਦ ਸ਼ਾਹ ਅਬਦਾਲੀ ਵਰਗੇ ਹੋਰ ਦੂਜੇ ਤੀਜੇ ਜਦੋਂ ਇਹ ਅਫਗਾਨ ਵਾਲੇ ਪਾਸੋਂ ਚੜ੍ਹ ਕੇ ਆਉਂਦੇ, ਇੱਕ ਵਾਰੀ ਤੁਰਕਾਂ ਦਾ ਵੱਡਾ ਜਥਾ ਕੋਈ ਵੱਡੀ ਫੌਜ ਇਧਰੋਂ ਚੜ੍ਹ ਕੇ ਆਈ ਹੈ ਲਹਿੰਦੇ ਵਾਲੇ ਪਾਸਿਆਂ ਤੋਂ। ਆਏ ਮਿਲ ਸਮੁਦਾਇ ਕਰਾਲੀ। ਉਹ ਸਾਰੇ ਭਿਆਨਕ ਰੂਪ ਧਾਰ ਕੇ ਫੌਜ ਜਿਹੜੀ ਤੁਰਕਾਂ ਦੀ, ਇਹ ਸਾਖੀ ਖਾਲਸਾ ਰਾਜ ਵੇਲੇ ਦੀ ਆ। ਜਿਵੇਂ ਕੋਈ ਆ ਕਹਿ ਲਓ ਵੀ 18ਵੀਂ ਸਦੀ 1700 ਤੋਂ 1800 ਈਸਵੀ ਦੇ ਵਿੱਚ ਕਹਿ ਲਓ। ਤਾਂ ਉਹ ਕਹਿੰਦੇ ਵੀ ਇੱਦਾਂ ਜਦੋਂ ਫਿਰ ਭਾਰੀ ਪ੍ਰਤਾਪ ਹੋਇਆ ਜਾਂ 1800 ਈਸਵੀ ਤੋਂ ਬਾਅਦ ਦੀ ਗੱਲ ਕਰ ਲਓ, ਇੱਥੇ ਦੇ ਇਹ ਸਾਖੀ ਹੈ। ਤਾਂ ਕਹਿੰਦੇ ਜਦੋਂ ਖਾਲਸੇ ਦਾ ਤੁਰਕਾਂ ਨਾਲ ਭਾਰੀ ਵੈਰ ਵਧਿਆ ਤੇ ਤੁਰਕ ਇੱਕ ਵਾਰੀ ਚੜ੍ਹ ਕੇ ਨਾ ਇੱਧਰੋਂ ਲਹਿੰਦੇ ਵਾਲੇ ਪਾਸਿਓਂ ਤੇ ਕਰਤਾਰਪੁਰ ਸਾਹਿਬ ਆ ਵੜੇ ਸਨ। ਸਿੰਘ ਲੜੇ ਬਹੁ ਬਣੇ ਸ਼ਹੀਦ। ਇੱਥੇ ਸਿੰਘ ਰਹਿੰਦੇ ਸੀ ਉਦੋਂ ਥੰਮ ਸਾਹਿਬ ਤੇ ਬੜੇ ਸਿੰਘ ਲੜੇ ਵੀ, ਤੇ ਪਰ ਸਿੰਘਾਂ ਦੀ ਗਿਣਤੀ ਥੋੜ੍ਹੀ ਸੀ ਤੇ ਸਿੰਘ ਸ਼ਹੀਦ ਕਰ ਦਿੱਤੇ ਤੁਰਕਾਂ ਨੇ। ਭਈ ਰਿਪਨ ਕੀ ਹਾਰ ਸੀਦ। ਤੇ ਇੱਥੇ ਚਾਰ ਚਫੇਰੇ ਕਰਤਾਰਪੁਰ ਸਾਹਿਬ ਵਿੱਚ ਤੁਰਕਾਂ ਦਾ ਕਬਜ਼ਾ ਹੋ ਗਿਆ ਸੀ। ਪੂਜਨ ਥਾਨ ਜਾਨ ਖਲ ਮੂੜੇ। ਤੇ ਤੁਰਕਾਂ ਦਾ ਸੁਭਾਅ ਮੂਰਖਤਾ ਐਸੀ ਹੁੰਦੀ ਸੀ ਵੀ ਜਿੱਥੇ ਕੋਈ ਕਿਸੇ ਦਾ ਸਥਾਨ ਪੂਜਾ ਵਾਲਾ ਹੁੰਦਾ ਸੀ ਇਹ ਛੱਡਦੇ ਨਹੀਂ ਸਨ। ਤਾਂ ਇਹਨਾਂ ਨੇ ਵੇਖਿਆ ਵੀ ਥੰਮ ਸਾਹਿਬ ਜਿਹੜਾ ਇਹ ਸੰਗਤਾਂ ਥੰਮ ਨੂੰ ਬੜਾ ਮੱਥਾ ਟੇਕਦੀਆਂ, ਲੱਕੜ ਦੇ ਥੰਮਲੇ ਤੇ ਬੜੀ ਸਿੱਖਾਂ ਦੀ ਜਿਹੜੀ ਮਾਨਤਾ ਭਰੋਸਾ ਹੈ। ਕਾਸ਼ਟ ਬ੍ਰਿੰਦ ਲਿਆਏ ਕਰ ਕੂੜੇ। ਇਹਨਾਂ ਲਿਆ ਕੇ ਨਾ ਸੁੱਕੀ ਲੱਕੜ ਬਹੁਤ ਗਿਣਤੀ ਵਿੱਚ ਤੋਂ ਥੰਮ ਸਾਹਿਬ ਦੇ ਚਫੇਰੇ ਚਿਣ ਕਰਕੇ ਤਰਸ ਥੰਬ ਕੇ ਚਾਹੁੰਦੇ ਸਮਾਹੀ। 4 ਚਫੇਰੇ ਥੰਮਲੇ ਦੇ ਸੁੱਕੀਆਂ ਲੱਕੜਾਂ ਚਿਣ ਦਿੱਤੀਆਂ ਸਨ। ਲਾਏ ਹੋ ਤਾਸਨ ਤੂਰਨ ਤਾਹੀ। ਲਿਆ ਕੇ ਅੱਗ ਤੇ ਉਹਨੂੰ ਅੱਗ ਲਾ ਦਿੱਤੀ। 4 ਚਫੇਰੇ ਥੰਮਲੇ ਦੇ ਲੱਕੜਾਂ ਚਿਣ ਦਿੱਤੀਆਂ ਦਰਬਾਰ ਦੇ ਅੰਦਰ ਤੇ ਉਹ ਸਾਰੇ ਥੰਮਲੇ ਦੇ ਚਫੇਰੇ ਲੱਕੜ ਬਾਲਣ ਚਿਣ ਕੇ ਤੇ ਉਹਨੂੰ ਅੱਗ ਲਾ ਦਿੱਤੀ ਸੀ। ਵੱਡ ਚਿੰਗਾਰ ਮਾਰ ਤਤਕਾਲ। ਉਹ ਜਿਹੜਾ ਸੀ ਨਾ ਹੈ ਵਿੱਚ ਕੋਈ ਤਪੀ ਰਹਿੰਦਾ ਥੰਮ ਦੇ, ਉਹਨੇ ਬਹੁਤ ਵੱਡੀ ਚੰਗਾਰ ਮਾਰੀ, ਭਾਵ ਉਹ ਥੰਮਲੇ ਦੇ ਅੰਦਰੋਂ ਬੜੀ ਆਵਾਜ਼ ਪਈ, ਬੜਾ ਗੱਜਿਆ ਸੀ। ਮ੍ਰਿਤਕ ਜਮਨ ਕੋ ਮੂਰਛ ਨਾਲ। ਤੇ ਉਹ ਜਿਹੜੇ ਸੀ ਨਾ ਆਏ ਹੋਏ ਚੜ੍ਹ ਕੇ ਤੁਰ ਕੋ ਬੜੇ ਉਹਦੀ ਆਵਾਜ਼ ਨਾਲ ਹੀ ਜਿਹੜੇ ਉਹ ਮਰਨ ਲੱਗੇ ਤੇ ਬਹੁਤੇ ਭੱਜ ਗਏ ਤੇ ਬੜੇ ਬੇਹੋਸ਼ ਹੋ ਗਏ ਸਨ। ਅਵਨੀ ਵਿਖੇ ਪ੍ਰਵੇਸ਼ਨ ਹੋਇਓ। ਤੇ ਉਸ ਤੋਂ ਬਾਅਦ ਜਿਹੜਾ ਉਹ ਥੰਮ ਸੀ ਨਾ
ਉਹ ਸਾੜ ਦਿੱਤਾ ਕੁਝ, ਤੇ ਕੁਝ ਉਹ ਫਿਰ ਧਰਤੀ ਦੇ ਵਿੱਚ ਹੀ ਅਲੋਪ ਹੋ ਗਿਆ ਸੀ, ਧਰਤੀ ਦੇ ਵਿੱਚ ਹੀ ਜਿਹੜਾ ਉਹ ਜਜ਼ਬ ਹੋ ਗਿਆ ਹੈ ਸੀ। ਬਹੁਰ ਕਿਸੂ ਨੇ ਕਿਉ ਨ ਤੇ ਜੋਇਓ। ਉਸ ਤੋਂ ਬਾਅਦ ਉਹ ਕਵੀ ਰਾਜ ਕਹਿੰਦੀ ਵੀ ਉਹ ਥੰਮ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ। ਉਹ ਦਰਬਾਰ ਦਾ ਨਾਂ ਤਾਂ ਸਾਧ ਸੰਗਤ ਥੰਮ ਸਾਹਿਬ ਹੈ, ਪਰ ਉਹ ਥੰਮਲਾ ਹੁਣ ਤੁਸੀਂ ਜਾਓ ਕਰਤਾਰਪੁਰ ਸਾਹਿਬ ਉੱਥੇ ਹੈ ਨਹੀਂ ਸੀ। ਉਹ ਤੁਰਕਾਂ ਕੁਝ ਸਾੜ ਦਿੱਤਾ, ਕੁਝ ਉਹ ਫਿਰ ਧਰਤੀ 'ਚ ਹੀ ਕਵੀ ਰਾਜ ਕਹਿੰਦੇ ਪ੍ਰਵੇਸ਼ ਕਰ ਗਿਆ ਸੀ। ਤੇ ਬੌੜੋ ਫਿਰ ਉਹਦੇ ਹੁਣ ਕਦੇ ਕਿਸੇ ਨੂੰ ਦਰਸ਼ਨ ਨਹੀਂ ਹੋ ਰਹੇ ਹਨ, ਨਾ ਉਦੋਂ ਨਾ ਹੁਣ ਹੁੰਦੇ ਐ। ਅਬਲੋ ਤਿਸ ਥਲ ਸਿਖ ਜੇ ਜਾਏ। ਤੇ ਹੁਣ ਤੱਕ ਜਿਹੜੇ ਵੀ ਸਿੱਖ ਸ੍ਰੀ ਕਰਤਾਰਪੁਰ ਸਾਹਿਬ ਦੁਆਬੇ ਵਿੱਚ ਦਰਸ਼ਨਾਂ ਨੂੰ ਜਾਂਦੇ ਐ, ਅਰਬ ਉਪਾਇ ਨ ਸੀਸ ਨਿਵਾਏ। ਉਹ ਕਰਤਾਰਪੁਰ ਸਾਹਿਬ ਦੇ ਉਸ ਦਰਬਾਰ ਨੂੰ ਨਾਂ ਜੀ ਦਾ ਥੰਮ ਸਾਹਿਬ ਹੈ, ਨਮਸਕਾਰਾਂ ਕਰਦੇ ਤੇ ਉਹਦੇ ਦਰਸ਼ਨ ਦੀਦਾਰੇ ਵੀ ਕਰਦੇ ਐ। ਪੁਰ ਜਨ ਕਹੀ ਉਸਨ ਹੋ ਗੁਰ ਪੂਰੇ। ਤੇ ਏਦਾਂ ਸੰਗਤ ਜੀ ਉਹ ਫਿਰ ਇਹ ਕਵੀ ਜੀ ਕਹਿੰਦੇ ਵੀ ਉਹ ਥੰਮ ਸਾਹਿਬ ਦੀ ਨਾਲ ਸਾਖੀ ਦੱਸ ਦਿੱਤੀ ਵੀ ਪਹਿਲਾਂ ਹੈ ਸੀ ਤੇ ਬਾਅਦ ਵਿੱਚ ਨਾ ਇਦਾਂ ਉਹ ਜਿਹੜਾ ਸਾੜ ਦਿੱਤਾ ਗਿਆ ਸੀ ਥੰਮ ਸਾਹਿਬ। ਉਹ ਇਦਾਂ ਸੀ ਵੀ ਉਹ ਸਾਧ ਸੰਗਤ ਜੀ ਇਹ ਗੁਰੂ ਬਾਬਾ ਧੀਰਮਲ ਜੀ ਜਿਹੜਾ ਇਹਦੇ ਅੱਗੇ ਅੰਸ ਬੰਸ ਚੋਂ ਇੱਕ ਵਡਭਾਗ ਰਾਮ ਜੀ ਹੋਏ। ਤੋਂ ਫਿਰ ਜਦੋਂ ਖਾਲਸੇ ਦਾ ਪ੍ਰਤਾਪ ਵਧਿਆ ਤੇ ਫਿਰ ਇਹਨਾਂ ਅੰਮ੍ਰਿਤ ਛਕ ਲਿਆ ਤੇ ਵਡਭਾਗ ਸਿੰਘ ਬਣ ਗਏ ਸਨਗੇ। ਤਾਂ ਉਹ ਫਿਰ ਪ੍ਰੇਮ ਵਧਿਆ ਖਾਲਸੇ ਨਾਲ। ਚਲੋ ਤੇ ਸਿੱਖਾਂ ਸਿੰਘਾਂ ਨੇ ਨਾ ਕਰਤਾਰਪੁਰ ਸਾਹਿਬ ਦਾ, ਕਿਉਂਕਿ ਧੀਰਮਲ ਜੀ ਇੱਥੇ ਰਹਿੰਦਾ ਰਿਹਾ ਸੀ ਕਰਤਾਰਪੁਰ ਸਾਹਿਬ, ਅਤੇ ਫਿਰ ਖਾਲਸੇ ਨੇ ਜਿਹੜਾ ਥੰਮ ਸਾਹਿਬ ਦਾ ਸਥਾਨ ਸੀ ਉਹ ਬਾਬਾ ਵਡਭਾਗ ਸਿੰਘ ਨੂੰ ਦੇ ਦਿੱਤਾ ਸੀ ਵੀ ਇਹਦੀ ਪੂਜਾ ਪ੍ਰਤਿਸ਼ਠਾ ਤੁਸੀਂ ਕਰਦੇ ਕਰਾਉਂਦੇ ਰਿਹਾ ਕਰੋ। ਅਤੇ ਇੱਥੇ ਤੁਸੀਂ ਕੋਈ ਗੱਲ ਨਹੀਂ, ਕੁਝ ਸਿੰਘ ਦੇ ਦਿੱਤੇ ਵੀ ਚਲੋ ਸਾਨੂੰ ਦੱਸ ਦੇਣਾ ਜੇ ਕੋਈ ਗੱਲ ਬਣੇ, ਕੋਈ ਬੇਦਬੀ ਕਰੇ ਸਥਾਨ ਦੀ, ਅਸੀਂ ਨਾਲ ਹਾਂ। ਉਹ ਜਦੋਂ ਫਿਰ ਤੁਰਕਾਂ ਹਮਲਾ ਕੀਤਾ ਥੰਮ ਸਾਹਿਬ ਸਾੜ ਦਿੱਤਾ ਸੀਗਾ, ਸਿੰਘ ਸ਼ਹੀਦ ਹੋ ਗਏ ਅਤੇ ਭੱਜ ਗਏ ਸੀ, ਇਹ ਦੇਹਰਾਦੂਨ ਚਲੇ ਗਏ ਸਨਗੇ। ਅਤੇ ਫਿਰ ਉਹ ਖਾਲਸੇ ਨੇ ਫਿਰ ਜਦੋਂ ਵੇਖਿਆ ਵੀ ਇਹਨੇ ਬੇਦਬੀ ਕਰਾਈ ਮਹਾਰਾਜ ਦੇ ਸਥਾਨ 'ਤੇ, ਆਪ ਭੱਜ ਗਏ ਵਿੱਚੋਂ, ਅਤੇ ਇਹਨਾਂ ਨੇ ਜਿਹੜਾ ਕੀਤਾ ਉਹ ਸਾਰਾ ਜਿਹੜਾ ਸਾਨੂੰ ਦੱਸਿਆ ਵੀ ਨਾ। ਉਦੋਂ ਬਾਅਦ ਕਹਿਣ ਲੱਗੇ ਆ ਪੰਜ ਸਿੰਘ ਸਾਹਿਬ ਜਿਹੜੇ ਆ ਪੰਜ ਪਿਆਰੇ ਜਦੋਂ ਅੰਮ੍ਰਿਤ ਛਕਾਉਂਦੇ ਆ ਵੀ ਧੀਰ ਮੱਲੀਏ ਰਾਮ ਰਾਈਆਂ ਨਾਲ ਨਹੀਂ ਵਰਤਣਾ। ਤਾਂ ਇੱਦਾਂ ਇਹ ਇਤਿਹਾਸ ਦੇ ਵਿੱਚ ਇਹਦਾ ਜ਼ਿਕਰ ਆਉਂਦਾ। ਅਤੇ ਚਲੋ ਰਹੋ ਵਿਚਾਰ ਇੱਦਾਂ। ਫਿਰ ਸਾਧ ਸੰਗਤ ਜੀ ਉਹ ਜਦੋਂ ਫਿਰ ਇਹਨਾਂ ਨੇ ਸਾਰਾ ਸਾੜ ਦਿੱਤਾ ਅਤੇ ਉਹ ਲੋਪ ਹੋ ਗਿਆ ਸੀਗਾ ਥੰਮ ਸਾਹਿਬ ਦਾ ਸਥਾਨ ਜਿਹੜਾ। ਅਤੇ ਕਵੀ ਰਾਜ ਫਿਰ ਇੱਥੇ ਅੱਗੇ ਉਹ ਦੱਸਦੇ ਵੀ ਫਿਰ ਇੱਦਾਂ ਜਿਹੜੀ ਥੰਮ ਸਾਹਿਬ ਦੀ ਸਾਖੀ ਸੀ ਕਿਵੇਂ ਬਣਿਆ ਉਹ ਕਰਤਾਰਪੁਰ ਸਾਹਿਬ। ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਬਜ਼ੁਰਗਾਂ ਨੇ ਸੁਣਾਇਆ, ਆਖਿਆ ਹੇ ਗੁਰੂ ਪੂਰੇ ਸਤਿਗੁਰੂ ਹਰਿਰਾਏ ਸਾਹਿਬ ਜੀ, ਇੱਦਾਂ ਦਾ ਇਤਿਹਾਸ ਮਹਾਰਾਜ ਸਾਰਾ ਕਰਤਾਰਪੁਰ ਸਾਹਿਬ ਦਾ ਆਪ ਜੀ ਨੂੰ ਦੱਸਿਆ ਹੈ। ਅਰਪ ਉਪਾਇ ਨ ਸੀਸ ਨਿਵਾਏ। ਤਾਂ ਇੱਦਾਂ ਬੜੀਆਂ ਭੇਟਾਵਾਂ ਰੱਖੀਆਂ ਸੰਗਤਾਂ ਦੇ, ਇੱਦਾਂ ਮਹਾਰਾਜ ਦੇ ਬੜੇ ਚਰਨ ਪਰਸੇ ਆ ਕਰਤਾਰਪੁਰੀ ਸੰਗਤ ਨੇ। ਪੁਰ ਜਨ ਕਹਿਓ ਸੁਨਹੁ ਗੁਰ ਪੂਰੇ। ਤਾਂ ਸੰਗਤ ਕਹਿੰਦੀ ਹੈ ਸੱਚੇ ਪਾਤਸ਼ਾਹ ਪੂਰੇ ਗੁਰੂ ਜੀ ਮਹਾਰਾਜ ਸੁਣੋ ਸਾਡੀ ਬੇਨਤੀ ਜੀ। ਹਿਮ ਸ੍ਰੀ ਅਰਜਨ ਕੇ ਗੁਣ ਦੂਰੇ। ਵੀ ਆਹ ਜਿਹੜੀ ਸਾਖੀ ਹੈ ਕਰਤਾਰਪੁਰ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਦੇ ਜਿਹੜੇ ਸੋਹਣੇ ਗਾਉਣੇ ਆ ਨਾ, ਉਹ ਮਹਾਰਾਜ ਆਪ ਜੀ ਨੂੰ ਸੁਣਾ ਦਿੱਤੇ ਵੀ ਕਰਤਾਰਪੁਰ ਸਾਹਿਬ ਕਿਵੇਂ ਵਸਿਆ ਅਤੇ ਹੁਣ ਤੀਕਰ ਜੋ ਜੋ ਵਰਤਿਆ ਮਹਾਰਾਜ ਆਪ ਜੀ ਨੂੰ ਸੁਣਾ ਦਿੱਤਾ ਹੈ। ਦੋਹਰਾ ਜਿਵੇਂ ਪ੍ਰਸੰਗ ਬੂਝਿਓ ਤੋ। ਜਿਵੇਂ ਗੁਰੂ ਹਰਿਰਾਏ ਸਾਹਿਬ ਜੀ ਆਪ ਜੀ ਨੇ ਸਾਥੋਂ ਸਾਰਾ ਪ੍ਰਸੰਗ ਪੁੱਛਿਆ ਸੀ ਕਰਤਾਰਪੁਰ ਸਾਹਿਬ ਦਾ ਵਸਣ ਦਾ, ਸ੍ਰੀ ਸਤਿਗੁਰ ਹਰਿ ਰਾਏ। ਤੇ ਉਵੇਂ ਸਾਧ ਸੰਗਤ ਜੀ ਨਾਲ ਬਜ਼ੁਰਗਾਂ ਨੇ ਗੁਰੂ ਹਰਿਰਾਏ ਸਾਹਿਬ ਨੂੰ ਸਾਰਾ ਪ੍ਰਸੰਗ ਵੀ ਸ਼ਰਵਣ ਕਰਾ ਦਿੱਤਾ ਹੈ। ਪੁਰ ਕਰਤਾਰ ਬਸਾਹਿਬੇ। ਜਿਵੇਂ ਕਰਤਾਰਪੁਰ ਸਾਹਿਬ ਦਾ ਪਵਿੱਤਰ ਨਗਰ ਵਸਾਇਆ ਸੀ, ਦੀਨੋ ਸਰਬ ਸੁਨਾਏ। ਉਹ ਸਾਰੀ ਕਥਾ ਬਜ਼ੁਰਗਾਂ ਨੇ ਕਰਤਾਰਪੁਰ ਸਾਹਿਬ ਦਿਆਂ ਗੁਰੂ ਹਰਿਰਾਏ ਸਾਹਿਬ ਨੂੰ ਸੁਣਾ ਦਿੱਤੀ ਹੈ। ਦੋਹਰਾ ਦੇਸ਼ਟ ਭਰਾਤਾ ਸੰਗ ਮਿਲ। ਇੱਦਾਂ ਸਾਧ ਸੰਗਤ ਜੀ ਜਿਹੜੇ ਗੁਰੂ ਹਰਿਰਾਏ ਸਾਹਿਬ ਜੀ ਨਾ ਉਹ ਆਪਦੇ ਵੱਡੇ ਭਰਾ ਬਾਬਾ ਧੀਰਮਲ ਜੀ ਦੇ ਨਾਲ ਮਿਲ ਕਰਕੇ ਨੀਕੇ ਸ੍ਰੀ ਹਰਿ ਰਾਏ। ਤੇ ਕਰਤਾਰਪੁਰ ਸਾਹਿਬ ਵਿੱਚ ਰਹਿਣ ਲੱਗੇ ਬੜੇ ਪ੍ਰੇਮ ਦੇ ਨਾਲ, ਬੜੇ ਆਨੰਦ ਦੇ ਨਾਲ। ਡੇਰਾ ਕੀਨੋ ਕੁਸਰ ਜੁਤ। ਬੜੇ ਖੁਸ਼ੀ ਤੇ ਆਨੰਦ ਸਹਿਤ ਗੁਰੂ ਹਰਿਰਾਏ ਸਾਹਿਬ ਨੇ ਕੁਝ ਦਿਨ ਮਹੀਨੇ ਕਰਤਾਰਪੁਰ ਸਾਹਿਬ ਵਿੱਚ ਡੇਰਾ ਰੱਖਿਆ ਹੈ। ਉਤਰਿਓ ਦਲ ਸਮੁਦਾਏ। ਸਤਿਗੁਰਾਂ ਦਾ 2200 ਘੋੜਸਵਾਰ ਵੀ ਕਰਤਾਰਪੁਰ ਸਾਹਿਬ ਦੇ ਬਾਰ-ਬਾਰ ਖੂਹ ਤੇ ਉਤਰਿਆ ਹੋਇਆ ਹੈ। ਚੌਪਈ ਕੀਤਿਕ ਦਿਨ ਵਿੱਚ ਪੁਰ ਕਰਤਾਰਾ। ਕੁਝ ਕੁ ਦਿਨ ਸੰਗਤ ਜੀ ਮਾਤਾ ਨਿਹਾਲ ਕੌਰ ਦਾ ਬੇਨਤਾ ਮੰਨ ਕੇ ਸਤਿਗੁਰੂ ਹਰਿਰਾਏ ਸਾਹਿਬ ਜੀ ਇੱਥੇ ਕਰਤਾਰਪੁਰ ਸਾਹਿਬ ਟਿਕੇ ਰਹੇ ਹੈ। ਕਰਿਓ ਬਾਸ ਸਤਿਗੁਰਨ ਸੁਖਾਰਾ। ਤੇ ਸਭ ਨੂੰ ਸੁੱਖ ਦਿੱਤਾ, ਸੁੱਖਾਂ ਦੇ ਦਾਤੇ ਗਰੀਬ ਨਵਾਜ ਨੇ ਇੱਥੇ ਕੁਝ ਦਿਨ ਨਿਵਾਸਾ ਰੱਖਿਆ ਹੈ। ਦੇਸ ਵਿਦੇਸਨ ਤੇ ਸੁਨ ਆਵੈ। ਜਦੋਂ ਸੰਗਤਾਂ ਨੂੰ ਪਤਾ ਲੱਗਿਆ ਵੀ ਮਹਾਰਾਜ ਹੁਣ ਕੀਰਤਪੁਰ ਸਾਹਿਬ ਨਹੀਂ, ਹੁਣ ਮਹਾਰਾਜ ਕਰਤਾਰਪੁਰ ਸਾਹਿਬ ਹੈ, ਤਾਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ
ਕਰਤਾਰਪੁਰ ਸਾਹਿਬ ਪਹੁੰਚਣ ਲੱਗੀਆਂ ਹਨ। ਅਨੇਕ ਅਕੋਰਨ ਕੋ ਸਿੱਖ ਲਿਆਵੈ। ਬੜੇ ਤਰ੍ਹਾਂ ਦੀਆਂ ਭੇਟਾਵਾਂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਿੱਖ ਸੰਗਤਾਂ ਲੈ ਲੈ ਹਾਜ਼ਰ ਹੁੰਦੀਆਂ ਨੇ। ਬਿਤੇ ਚੇਤ ਪਾ ਪੁਰਬ ਵਿਸਾਖੀ। ਸਾਧ ਸੰਗਤ ਜੀ, ਚੇਤਰ ਮਹੀਨਾ ਮਹਾਰਾਜ ਨੇ ਫਿਰ ਇੱਥੇ ਬਤੀਤ ਕੀਤਾ ਕਰਤਾਰਪੁਰ ਸਾਹਿਬ। ਚੇਤਰ ਲੰਘਿਆ ਤੇ ਹੁਣ ਵਿਸਾਖ ਆ ਚੁੱਕਾ ਹੈ ਤੇ ਭਾਵ ਵਾਹਿਗੁਰੂ ਚੇਤਰ ਲੰਘਣ ਵਾਲਾ, ਸਮਾਪਤ ਹੋਣ ਵਾਲਾ ਹੈ ਤੇ ਗਾਂ ਨਾਲ ਹੀ ਵਿਸਾਖੀ ਦਾ ਮਹੀਨਾ। 1 ਵਿਸਾਖ ਨੂੰ ਵਿਸਾਖੀ ਹੁੰਦੀ ਤੇ ਵਿਸਾਖੀ ਦਾ ਜੋੜ ਮੇਲਾ ਇਹਨੂੰ ਸੰਗਤਾਂ ਜਿੱਥੇ ਸਤਿਗੁਰੂ ਹੁੰਦੇ ਸਨ, ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਜਿੱਥੇ ਸਤਿਗੁਰੂ ਹੁੰਦੇ ਉੱਥੇ ਸੰਗਤ ਜੁੜ ਜਾਂਦੀ ਹੁੰਦੀ ਸੀ। ਤਾਂ ਵਿਸਾਖੀ ਜਾਣ ਕੇ ਸੰਗਤਾਂ ਜੋੜ ਮੇਲਾ ਮਨਾਉਣ ਵਾਸਤੇ ਚੱਲੇ ਆਏ ਨਰ ਦਰਸ਼ਨ ਕਾਂਖੀ। ਵੀ 15 ਕੁ ਚੇਤਰ ਤੋਂ ਬਾਅਦ ਸੰਗਤ ਆਉਣ ਲੱਗ ਪੈਂਦੀ ਸੀ। ਜਿੱਥੇ ਮਹਾਰਾਜ ਹੁੰਦੇ ਪਹਿਲਾਂ ਕੀਰਤਪੁਰ ਸਾਹਿਬ, ਹੁਣ ਐਤਕੀ ਮਹਾਰਾਜ ਕਰਤਾਰਪੁਰ ਸਾਹਿਬ ਹੈ। ਤਾਂ ਸੰਗਤਾਂ ਦੇਸਾਂ ਵਿਦੇਸਾਂ ਦੀਆਂ 15 ਕੁ ਚੇਤਰ ਤੋਂ ਬਾਅਦ ਫਿਰ ਹੱਲੇ ਨਾਲ ਹੀ ਕਰਤਾਰਪੁਰ ਸਾਹਿਬ ਪਹੁੰਚਣ ਲੱਗੀਆਂ ਹਨ। ਜੰਗਲ ਦੇਸ ਦਾਸ ਸਮੁਦਾਈ। ਤੇ ਸੱਚੇ ਪਾਤਸ਼ਾਹ ਮਹਾਰਾਜ ਜੋ ਇਹ ਸੰਗਤਾਂ ਜਿਨ੍ਹਾਂ ਦਾ ਕੋਈ ਇੱਧਰਲੀਆਂ ਸਨ, ਜਿਵੇਂ ਜੰਗਲ ਦੇਸ਼ ਮਾਲਵੇ ਨੂੰ ਕਹਿੰਦੇ ਸੀ ਉਦੋਂ, ਮਾਲਵੇ ਦੇ ਵਿੱਚ ਜਿਹੜੀਆਂ ਸੰਗਤਾਂ ਰਹਿਣ ਵਾਲੀਆਂ ਹਨ। ਅਜਮਤ ਪੂਰਨ ਭਗਤੂ ਭਾਈ। ਮਾਲਵੇ ਦੇਸ਼ ਵਿੱਚੋਂ ਨਾ ਸੰਗਤ ਗੁਰੂ ਪਾਤਸ਼ਾਹ ਨੂੰ ਬੜੀ ਮੰਨਦੀ ਤੇ ਮਾਲਵੇ ਵਿੱਚੋਂ ਇੱਕ ਸਿੱਧੂ ਸਨਗੇ ਭਾਈ ਭਗਤੂ ਜੀ ਦਾ ਪਰਿਵਾਰ, ਕਿਉਂਕਿ ਬਾਬਾ ਆਦਮ ਜੀ ਸਨ ਇਹ ਜਿਹੜਾ ਪੁੱਛੋ ਹੈ ਇੱਥੋਂ ਦੇ, ਤੇ ਇਹਨਾਂ ਦੇ ਪੁੱਤਰ ਸਨ ਭਾਈ ਭਗਤੂ ਜੀ। ਜਿਹੜੇ ਭਾਈ ਭਗਤੂ ਜੀ ਮਾਲਵੇ ਦੇ ਅੰਦਰ ਬੜੇ ਭਾਰੀ ਅਜਮਤਾਂ ਤੇ ਬੜੇ ਪੂਰੇ ਗੁਰਸਿੱਖ ਸਨਗੇ। ਅਜਮਤ ਪੂਰਨ ਭਗਤੂ ਭਾਈ। ਭਾਈ ਭਗਤੂ ਜੀ ਨਾਮ ਹੈ ਤੇ ਸ਼ਕਤੀਆਂ ਵਿੱਚ ਭਾਈ ਭਗਤੂ ਜੀ ਬੜੇ ਪੂਰੇ ਸੂਰੇ ਗੁਰੂ ਰਾਮਦਾਸ ਮਹਾਰਾਜ ਦੇ ਬਚਨਾਂ ਨਾਲ ਹੋਏ ਸਨ। ਦੀਪ ਮਾਲਕਾ ਅਪਰ ਬਸੋਏ। ਤੇ ਜਿਹੜੇ ਭਾਈ ਭਗਤੂ ਜੀ ਸਨ ਨਾ, ਜਦੋਂ ਦੀਵਾਲੀ ਹੁੰਦੀ ਜਾਂ ਕੋਈ ਵਿਸਾਖੀ ਦਾ ਜੋੜ ਮੇਲਾ ਜਾਂ ਕੋਈ ਕਿਤੇ ਪੁੰਨਿਆ ਸੰਗਰਾਂਦ ਮੇਲਾ ਹੁੰਦਾ ਹੈ, ਖਸਤ ਮਾਸ ਗੁਰ ਦਰਸ਼ਨ ਜੋਏ। ਇਹ 2 ਵਾਰੀ ਸਾਲ 'ਚ ਜ਼ਰੂਰ ਆਉਂਦੇ। ਇੱਕ ਤਾਂ ਗੁਰੂ ਭਾਈ ਭਗਤੂ ਜੀ ਮਾਲਵੇ 'ਚੋਂ ਸੰਗਤਾਂ ਲੈ ਕੇ ਆਉਂਦੇ ਦੀਵਾਲੀ ਤੇ, ਇੱਕ ਸਾਧ ਸੰਗਤ ਜੀ ਵਿਸਾਖੀ ਤੇ। 2 ਜੋੜ ਮੇਲਿਆਂ ਤੇ ਭਾਈ ਭਗਤੂ ਜੀ ਜ਼ਰੂਰ ਸਤਿਗੁਰਾਂ ਦੇ ਦਰਸ਼ਨ ਕਰਨ ਪਹੁੰਚਦੇ ਰਹੇ। ਪਹਿਲਾਂ ਗੁਰੂ ਰਾਮਦਾਸ ਦੇ, ਫਿਰ ਗੁਰੂ ਅਰਜਨ ਦੇਵ ਸਾਹਿਬ ਦੇ, ਗੁਰੂ ਹਰਗੋਬਿੰਦ ਸਾਹਿਬ ਦੇ, ਹੁਣ ਧੰਨ ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਛਮਾਈ ਬਾਅਦ ਜ਼ਰੂਰ ਪਹੁੰਚਦੇ ਹਨ। ਸਿੱਖ ਸੰਗਤ ਕੀਤਿਕ ਕੇ ਸਾਥ। ਤੇ ਨਾਲ ਬੜੀ ਸੰਗਤ ਵੀ ਲੈ ਕੇ ਆਉਂਦੇ ਐ। ਜੈ ਬਿਲੋਕ ਸਤਿਗੁਰ ਨਾਥ। ਆਉਂਦੇ ਤੇ ਧੰਨ ਗੁਰੂ ਹਰਿਰਾਏ ਸਾਹਿਬ ਦੇ ਆਣ ਕੇ ਦਰਸ਼ਨ ਕਰਦੇ ਐ। ਅਲਪ ਬੈਸ ਤੇ ਸ੍ਰੀ ਹਰਿ ਰਾਏ। ਇਹ 6 ਮਹੀਨਿਆਂ ਬਾਅਦ ਆਉਂਦੇ ਸੀ ਭਾਈ ਭਗਤੂ ਤੇ ਸਰੀਰ ਬੁੱਢਾ ਹੋ ਚੁੱਕਾ ਸੀ। 100 ਵਰਿਆਂ ਦੇ ਲਗਭਗ ਉਮਰ ਸੀ ਭਾਈ ਭਗਤੂ ਜੀ ਤੇ ਡੰਡੇ ਨਾਲ ਤੁਰਦੇ ਸਨ, ਬੜੇ ਬਿਰਧ ਸੀਗੇ। ਤੇ ਇੱਦਾਂ ਉਹ ਭਾਈ ਭਗਤੂ ਜੀ ਜਦੋਂ 6 ਮਹੀਨਿਆਂ ਬਾਅਦ ਜ਼ਰੂਰ ਮਹਾਰਾਜ ਦੇ ਦਰਸ਼ਨ ਕਰਨ ਆਉਂਦੇ, ਨਾਲ ਸੰਗਤਾਂ ਲਿਆਉਂਦੇ। ਤੇ ਜਦੋਂ ਫਿਰ ਗੁਰੂ ਹਰਿਰਾਏ ਸਾਹਿਬ ਦੇ ਕੋਲ ਆਉਂਦੇ, ਇੱਧਰ ਗੁਰੂ ਹਰਿਰਾਏ ਸਾਹਿਬ ਦੀ ਉਮਰ ਥੋੜ੍ਹੀ ਸੀ, ਮਹਾਰਾਜ ਕੋ ਐਂਕਲ 18-20 ਕੁ ਵਰੇ ਮੁੱਛ ਫੁੱਟ ਸਨ ਮਹਾਰਾਜ। ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਜਿਹੜੇ ਥੋੜ੍ਹੀ ਉਮਰ ਦੇ ਨੌਜਵਾਨ ਅਵਸਥਾ ਵਿੱਚ ਹਨਗੇ। ਦੇਖਿਆ ਭਗਤੂ ਕੋ ਮੁਸਕਾਏ। ਜਦੋਂ ਭਾਈ ਭਗਤੂ ਆਇਆ ਕਰਨਾ ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਕਰਨ, ਤੇ ਸਤਿਗੁਰੂ ਹਰਿਰਾਏ ਸਾਹਿਬ ਦੀ ਭਾਈ ਭਗਤੂ ਨੂੰ ਵੇਖ ਕੇ ਖਿੜ ਖਿੜ ਕੇ ਹੱਸਣ ਲੱਗ ਪੈਂਦੇ, ਕਿਉਂਕਿ ਪੁਰਾਣੇ ਸਿੱਖ ਸੀ ਭਾਈ ਭਗਤੂ। ਜਦੋਂ ਆਉਣਾ ਭਾਈ ਭਗਤੂ ਨੇ, ਸਤਿਗੁਰੂ ਹਰਿਰਾਏ ਸਾਹਿਬ ਨੇ ਬੜੇ ਖੁਸ਼ ਹੋਇਆ ਕਰਨਾ। ਹਸਨ ਹੇਤ ਮਖ ਗਿਰਾ ਅਲਾਵੈ। ਤੇ ਭਾਈ ਭਗਤੂ ਨੂੰ ਜੇ ਦਰਸ਼ਨ ਤਾਂ ਕਰਨੇ ਨਾ, ਦੂਰੋਂ ਤੁਰੇ ਆਉਣਾ, ਅਜੇ ਮੱਥਾ ਵੀ ਨਾ ਟੇਕਣ ਦੇਣਾ। ਮਹਾਰਾਜ ਨੇ ਦੂਰੋਂ ਹੀ ਭਾਈ ਭਗਤੂ ਨੂੰ ਆਉਂਦੇ ਜਾਣ ਕੇ ਨਾ ਤੇ ਉੱਚੀ ਆਵਾਜ਼ ਵਿੱਚ ਭਾਈ ਭਗਤੂ ਨੂੰ ਮਜ਼ਾਕ ਕਰਨ ਲੱਗ ਪੈਣਾ। ਸਤਿਗੁਰੂ ਮਹਾਰਾਜ ਨੇ ਬੜੀਆਂ ਮਸ਼ਕਰੀਆਂ ਕਰਦੇ ਆ ਭਾਈ ਭਗਤੂ ਜੀ ਨੂੰ। ਮਹਾਰਾਜ ਨੇ ਛੇੜਨਾ, ਭਾਈ ਭਗਤੂ ਬੁੱਢਾ ਹੋ ਗਿਆ ਹੈ। ਐਦਾਂ ਦੇ ਬੜੇ ਬਚਨ ਮਹਾਰਾਜ ਨੇ ਆਖਿਆ ਕਰਨੇ। ਮਹਾ ਬ੍ਰਿਧ ਕੋ ਪਿਖ ਹਰ ਖਾਵੈ। ਤੇ ਜਦੋਂ ਮਹਾਰਾਜ ਇਹਨੂੰ ਬੁੱਢਾ ਹੱਥ 'ਚ ਛੋਟੀ ਜੀ ਫੜੀ ਵੇਖਣੀ ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਬੜਾ ਇਹਨੂੰ ਮਜ਼ਾਕ ਕਰਿਆ ਕਰਨ, ਬੜੇ ਛੇੜਦੇ ਆ। ਆਵੋ ਭਾਈ ਕੋ ਅਬ ਕਰਨੀ। ਤੇ ਮਹਾਰਾਜ ਨਾ ਭਾਈ ਭਗਤ ਨੂੰ ਆਖਿਆ ਕਰਨ ਵੀ ਭਾਈ ਭਗਤੂ ਹੁਣ ਤੂੰ ਬੁੱਢਾ ਹੋ ਗਿਆ ਤੇ ਸੇਵਾ ਤੇਰੀ ਹੋ ਰਿਹਾ ਕਰੇਗੀ ਤੇ ਵਿਆਹ ਕਰਾ ਲਾ। ਮਹਾਰਾਜ ਇੱਦਾਂ ਸੁਭਾਅ ਭਾਈ ਭਗਤੂ ਹੋਰ ਨਹੀਂ ਕਿਸੇ ਨਾਲ ਮਹਾਰਾਜ ਇੱਦਾਂ ਦਾ ਬਚਨ ਕਰਦੇ ਸਨ। ਉਹ ਵੀ ਕਾਰਨ ਅੱਗੇ ਪਤਾ ਲੱਗ ਜੂ ਵੀ ਮਹਾਰਾਜ ਕਿਉਂ ਕਰਦੇ ਸੀ। ਉਹਦੇ ਵਿੱਚ ਵੀ ਬੜਾ ਵੱਡਾ ਮਹਾਰਾਜ ਨੇ ਕੋਈ ਰਾਗ ਲਕੋਇਆ ਸੀ, ਇਤਿਹਾਸ ਬਣਾਇਆ ਉਹ ਭਾਈ ਭਗਤੂ ਦੇ ਕਾਰਨ ਅੱਗੇ ਮਹਾਰਾਜ ਨੇ। ਤੇ ਜਦੋਂ 100 ਵਰਿਆਂ ਦੀ ਉਮਰ ਇੱਕ ਵਾਰੀ ਗੁਰੂ ਭਾਈ ਭਗਤੂ ਜੀ ਨਾਲ ਗੁਰੂ ਹਰਿਰਾਏ ਸਾਹਿਬ ਜੀ ਨਵੇਂ ਗੁਰਤਾ ਗੱਦੀ ਤੇਰੇ ਸਜੇ ਸਨ 6ਵੇਂ ਪਾਤਸ਼ਾਹ ਤੋਂ ਬਾਅਦ। ਤੇ ਕੀਰਤਪੁਰ ਸਾਹਿਬ ਭਾਈ ਭਗਤੂ ਜੀ ਦਰਸ਼ਨ ਕਰਨ ਆਏ। ਮਹਾਰਾਜ ਨੂੰ ਕਹਿੰਦੇ, ਮਹਾਰਾਜ ਵੀ ਮੈਨੂੰ ਨਾ ਤੁਸੀਂ ਕੋਈ ਸੇਵਾ ਦੇ ਦਿਓ ਮਹਾਰਾਜ, ਵੀ ਮੈਂ ਹੁਣ ਕੀ ਕਰਾਂਗਾ, ਵੇਲਾ ਜੇ ਨੈਣ ਪ੍ਰਾਣ ਚੱਲਦੇ ਆ। ਤੇ ਮਹਾਰਾਜ ਕਹਿੰਦੇ ਨਹੀਂ ਤੂੰ ਭਾਈ ਭਗਤੂ ਜੀ ਆਨੰਦ ਲਿਆ ਕਰ, ਤੂੰ ਸੇਵਾ ਨਾ ਕਰਿਆ ਕਰ।
ਕਹਿਣ ਕਰਨ ਨਹੀਂ ਮਹਾਰਾਜ ਵੀ ਮੈਨੂੰ ਕੋਈ ਸੇਵਾ ਦੱਸੋ। ਮਹਾਰਾਜ ਕਹਿੰਦੇ ਨਹੀਂ ਭਾਈ ਭਗਤੂ ਜੀ, ਤੁਸੀਂ ਸਾਰੀ ਉਮਰ ਸੇਵਾ ਹੀ ਕੀਤੀ ਆ, ਕਿੰਨੇ ਤਕਰੀਬਨ ਤੁਹਾਨੂੰ 100 ਸਾਲ ਦੀ ਉਮਰ ਆ ਅਤੇ ਜਿਉਂ ਜੰਮੇ ਸੇਵਾ ਹੀ ਕਰਦੇ ਆਏ ਜੇ, ਅਤੇ ਹੁਣ ਛੱਡੋ ਸੇਵਾ, ਰਹਿਣ ਦਿਓ, ਤੁਸੀਂ ਆਨੰਦ ਮਾਣਿਆ ਕਰੋ, ਦੇਖ ਰੇਖ ਘਰ ਛੱਡਿਆ ਕਰੋ, ਜਿੱਥੇ ਖੇਤਰ ਕੋਈ ਕਣਕ ਵਾਢੀ ਵੁੱਢੀ ਹੁੰਦੀ ਸਿੱਖ ਕਾਮੇ ਲੱਗੇ ਮਗਰ ਚੱਲ ਜਾਇਆ ਕਰੋ, ਚਲੋ ਵਿੱਚ ਪੁਰਾਣੇ ਜੱਟ ਸਿੱਖ ਜੇ ਅਤੇ ਕਹਿ ਕਵਾ ਕੇ ਸੇਵਾ ਕਰਾ ਲਿਆ ਕਰੋ। ਆਖਣ ਨਹੀਂ ਮਹਾਰਾਜ ਮੈਂ ਹੱਥੀਂ ਸੇਵਾ ਕਰਨੀ, ਮੈਨੂੰ ਕੋਈ ਸੇਵਾ ਦਿਓ। ਮਹਾਰਾਜ ਕਹਿੰਦੇ ਫਿਰ ਭਾਈ ਭਗਤੂ ਵਿਆਹ ਕਰਾ ਲਾ। ਗੁਰੂ ਹਰਿਰਾਏ ਸਾਹਿਬ ਨੇ ਬਚਨ ਕੇ ਸਾਰੀ ਸੰਗਤ ਹੱਸਣ ਲੱਗ ਪਈ। ਭਾਈ ਭਗਤੂ ਜੀ ਚੁੱਪ ਕਰ ਗਏ, ਮੋੜ ਆਏ। ਅਤੇ ਹੁਣ ਫਿਰ ਮਹਾਰਾਜ ਦੇ ਕੋਲ ਜਦੋਂ ਵੀ ਭਾਈ ਭਗਤੂ ਆਉਂਦੇ, ਸਤਿਗੁਰੂ ਹਰਿਰਾਏ ਸਾਹਿਬ ਜੀ ਜ਼ਰੂਰ ਭਾਈ ਭਗਤੂ ਨੂੰ ਕਹਿੰਦੇ ਭਾਈ ਭਗਤੂ ਚਰਖਾ ਸਹੇੜ ਲਾ। ਮਤਲਬ ਰਮਜ 'ਚ ਕਹਿੰਦੇ ਮਹਾਰਾਜ ਵੀ ਹੁਣ ਤੂੰ ਬੁੱਢਾ ਹੋ ਗਿਆ ਅਤੇ ਵਿਆਹ ਕਰਾ ਲਾ, ਤੇਰੀ ਸੇਵਾ ਹੋ ਜਾਇਆ ਕਰੇਗੀ। ਕਰਹੁ ਸਹੀਰਨ ਸੁੰਦਰ ਤਰੁਣੀ। ਅਤੇ ਕੋਈ ਇੱਦਾਂ ਜਿਹੜਾ ਨਾ ਤੂੰ ਭਾਈ ਭਗਤੂ ਸੁੰਦਰ ਇਸਤਰੀ ਵੇਖ ਕੇ ਨਾ ਅਤੇ ਤੂੰ ਹੁਣ ਵਿਆਹ ਕਰਾ ਲਾ, ਤੇਰੀ ਉਮਰ ਵਿਆਹ ਦੀ ਹੋ ਗਈ ਹੈ। ਕਹਿ ਸਿੱਖਨ ਮਹਿ ਉਰ ਹਰ ਖਾਵੈ। ਅਤੇ ਉਹ ਮਹਾਰਾਜ ਸਿੱਖਾਂ ਵਿੱਚ ਸ਼ਰੇਆਮ ਹੀ ਕਹਿ ਦਿਆ ਕਰਨ, ਸਾਰੀ ਜਿੰਨੀ ਸੰਗਤ ਬੈਠੀ ਬੜੀ ਖੁਸ਼ ਹੋਇਆ ਕਰ ਜਦੋਂ ਭਾਈ ਭਗਤੂ ਆਇਆ ਕਰਨ, ਅਤੇ ਮਹਾਰਾਜ ਆਏ ਨੂੰ ਜ਼ਰੂਰ ਇਹ ਬਚਨ ਆਖਦੇ ਆ ਭਗਤੂ ਨੂੰ। ਸਹੀਰ ਕਰ ਮਾਨ ਵਧਾਵੈ। ਅਤੇ ਮਹਾਰਾਜ ਉਹਨੂੰ ਸਤਿਕਾਰ ਵੀ ਬੜਾ ਰੱਖਦੇ, ਵੀ ਫਿਰ ਕੋਲ ਬਹਾ ਲੈਣਾ। ਮਹਾਰਾਜ ਨੇ ਇੰਨਾ ਬਚਨ ਕਹਿ ਕੇ ਬੜਾ ਖੁਸ਼ ਹੋਣਾ, ਅਤੇ ਭਾਈ ਭਗਤੂ ਦਾ ਮਾਣ ਸਤਿਕਾਰ ਵੀ ਬੜਾ ਕਰਦੇ, ਕਿਉਂ ਪੁਰਾਣੇ ਸਿੱਖ ਹੈ। ਸੁਨ ਭਗਤੂ ਬੰਧਨ ਕਰ ਪਾਇਨ। ਅਤੇ ਭਾਈ ਭਗਤੂ ਜੀ ਵੀ ਅੱਗੋਂ ਹੱਸ ਪਿਆ ਕਰਨ, ਅਤੇ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕ ਦਿਆ ਕਰਨ ਸੁਣ ਕੇ। ਮਹਾਰਾਜ ਕੋਈ ਨਾ, ਜੇ ਤੁਹਾਡੇ ਬਚਨ ਫਲੀਭੂਤ ਹੁੰਦੇ ਹੀ ਆ, ਜਦੋਂ ਤੁਹਾਨੂੰ ਪਾਏਗਾ ਵਿਆਹ ਵੀ ਹੋ ਜਾਣਾ। ਹਾਲਾਂਕਿ ਭਾਈ ਭਗਤੂ ਤਾਂ ਵਿਆਹੇ ਹੋਏ ਸਨ ਨਾ, ਪਰ ਫਿਰ ਵੀ ਮਹਾਰਾਜ ਨੇ ਬਜ਼ੁਰਗ ਅਵਸਥਾ ਵਿੱਚ ਭਾਈ ਭਗਤੂ ਨੂੰ ਇੱਦਾਂ ਮਜ਼ਾਕ ਕਰ ਛੱਡਿਆ ਕਰਨਾ। ਇਹਨਾਂ ਨੇ ਮਹਾਰਾਜ ਦੇ ਚਰਨੀ ਮੱਥਾ ਟੇਕ ਦਿਆ ਕਰਨਾ। ਨਿਕਟ ਸੋ ਬੈਠੈ ਅਰਪ ਉਪਾਇਨ। ਅਤੇ ਇੱਦਾਂ ਸਾਧ ਸੰਗਤ ਦੀ ਭੇਟਾ ਲਿਆਉਣੀ ਕਰਨੀ ਜ਼ਰੂਰ। ਜਿੰਨੀ ਇੱਧਰਲਾ ਦਸਵੰਧ ਹੁੰਦਾ ਮਾਲਵੇ ਦਾ ਸਾਰਾ ਲਿਆ ਕੇ ਮਹਾਰਾਜ ਦੇ ਚਰਨਾਂ 'ਤੇ ਰੱਖਣਾ, ਅਤੇ ਨਾਲ ਭਾਈ ਭਗਤੂ ਨੇ ਹੱਥ ਜੋੜ ਕੇ ਮੱਥਾ ਟੇਕ ਦਿਆ ਕਰਨਾ। ਜਬ ਡੇਰਾ ਲਖਪੁਰ ਕਰਤਾਰ। ਜਦੋਂ ਭਾਈ ਭਗਤੂ ਜੀ ਨੂੰ ਪਤਾ ਲੱਗਿਆ ਨਾ ਐਤਕੀ ਵਿਸਾਖੀ ਕਰਤਾਰਪੁਰ ਸਾਹਿਬ ਮਨਾਈ ਜਾਏਗੀ, ਗੁਰੂ ਹਰਿਰਾਏ ਸਾਹਿਬ ਦੀ ਕੀਰਤਪੁਰ ਸਾਹਿਬ ਨਹੀਂ ਹਨ। ਗੁਰ ਦਰਸ਼ਨ ਕੋ ਸਮਾ ਵਿਚਾਰ। ਅਤੇ ਜਾਣਿਆ ਵੀ ਹੁਣ ਵਿਸਾਖੀ ਆਉਣ ਵਾਲੀ 15 ਕੁ ਚੇਤਰ ਹੋ ਗਈ ਹੈ। ਭਾਈ ਭਗਤੂ ਜੀ ਨੇ ਗੁਰੂ ਕੇ ਦਰਸ਼ਨਾਂ ਦਾ ਛਮਾਹੀ ਬਾਅਦ ਸਮਾਂ ਜਿਹਾ ਵਿਚਾਰਿਆ ਵੀ ਹੁਣ ਵਿਸਾਖੀ ਆਉਣ ਵਾਲੀ, ਦਰਸ਼ਨਾਂ ਨੂੰ ਜਾਣਾ ਚਾਹੀਦਾ ਹੈ। ਗਮਨਿਓ ਕਰਤੇ ਮਗ ਮਹਿ ਆਇਓ। ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਨਾ ਸਾਧ ਸੰਗਤ ਜੀ ਭਾਈ ਭਗਤੂ ਜੀ ਘਰੋਂ ਤੁਰੇ ਤੇ ਰਸਤੇ ਵਿੱਚ ਆਏ ਹਨ। ਤਨ ਕੋ ਅੰਤ ਸਮਾਂ ਨਿਹਰਾਇਓ। ਤੇ ਭਾਈ ਭਗਤੂ ਜੀ ਨੇ ਸਾਧ ਸੰਗਤ ਜੀ ਜਾਣ ਲਿਆ ਸੀ ਵੀ ਹੁਣ ਅਸੀਂ ਮੁੜਨਾ ਨਹੀਂ ਕਰਤਾਰਪੁਰ ਸਾਹਿਬ ਤੋਂ, ਵੀ ਸਾਡਾ ਹੁਣ ਆਖਰੀ ਸਮਾਂ ਹੈ। ਕਿਉਂਕਿ ਬ੍ਰਹਮ ਗਿਆਨੀ ਸੀ ਨਾ, ਗੁਰਮੁਖ ਆਵੈ ਜਾਏ ਨਿਸੰਗ। ਪਤਾ ਲੱਗ ਗਿਆ ਵੀ ਸਾਡਾ ਆਖਰੀ ਗੇੜਾ ਗੁਰੂ ਹਰਿਰਾਏ ਸਾਹਿਬ ਦੇ ਆਖਰੀ ਦਰਸ਼ਨ ਹੋਣੇ, ਇਹਦੋਂ ਬਾਅਦ ਸਾਨੂੰ ਮਹਾਰਾਜ ਦੇ ਦਰਸ਼ਨ ਨਹੀਂ ਹੋਣੇ। ਅਤੇ ਸਾਡਾ ਹੁਣ ਅੰਤਲਾ ਸਮਾਂ ਆ ਗਿਆ ਸੀ, ਆਖਰੀ ਸਾਹ ਜਿਹੜੇ ਉਹ ਕਰਤਾਰਪੁਰ ਸਾਹਿਬ ਲੈਣੇ ਹੈ ਮਹਾਰਾਜ ਦੇ ਚਰਨਾਂ 'ਚ। ਭਾਈ ਭਗਤੂ ਜੀ ਜਾਣ ਗਏ ਆ। ਇਹ ਮਨ ਜਾਣ ਵਿਚਾਰਤ ਭਇਓ। ਅਤੇ ਜਾਣ ਲਿਆ ਵੀ ਹੁਣ ਸਾਡਾ ਆਖਰੀ ਸਮਾਂ, ਇਹ ਸੋਚ ਕੇ ਭਾਈ ਭਗਤੂ ਜੀ ਨੇ ਮਨ 'ਚ ਵਿਚਾਰਿਆ ਹੈ। ਸ੍ਰੀ ਗੁਰ ਬਾਕ ਬਾਦ ਬਹੁ ਕੀਓ। ਵੀ ਧੰਨ ਧੰਨ ਗੁਰੂ ਹਰਿਰਾਏ ਸਾਹਿਬ ਨੇ ਸਾਨੂੰ ਬੜੀ ਵਾਰੀ ਇਹ ਬਚਨ ਕਿਹਾ, ਜਦੋਂ ਅਸੀਂ ਜਾਂਦੇ ਉਦੋਂ ਹੀ ਇੱਦਾਂ ਆਖਦੇ ਆ। ਚਰਖਾ ਕਰਹੁ ਸਹੀਰਨ ਕੋਈ। ਵੀ ਭਾਈ ਭਗਤੂ ਵਿਹਲਾ ਫਿਰਦਾ, ਕੋਈ ਚਰਖਾ ਸਹੇੜਨਾ, ਭਾਵ ਤੂੰ ਕੋਈ ਵਿਆਹ ਕਰਾ ਲੈ। ਇੱਦਾਂ ਮਹਾਰਾਜ ਨੇ ਮੈਨੂੰ ਬੜੀ ਵਾਰੀ ਇਹ ਬਚਨ ਕਿਹਾ, ਇੱਕ ਵਾਰੀ ਦੋ ਵਾਰੀ ਨਹੀਂ, ਜਦੋਂ ਜਾਨਾ ਨਾ ਉਦੋਂ ਹੀ ਸਤਿਗੁਰੂ ਹਰਿਰਾਏ ਸਾਹਿਬ ਨੇ ਮੈਨੂੰ ਬਚਨ ਕੀਤਾ ਹੋਇਆ ਹੈ। ਕੈਸੀ ਨਿਸਫਲ ਹੋਈ ਹੈ ਸੋਈ। ਚਲੋ ਗੁਰੂ ਤਾਂ ਗੁਰੂ ਹੈ, ਪਰ ਮੈਂ ਗੁਰੂ ਕਾ ਸਿੱਖ ਹਾਂ, ਅਤੇ ਗੁਰੂ ਦਾ ਬਚਨ ਖਾਲੀ ਨਹੀਂ ਮੋੜਨਾ ਚਾਹੀਦਾ। ਅਤੇ ਅੰਤਲਾ ਸਮਾਂ ਹੈ, ਅਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਕਿਸੇ ਤਰ੍ਹਾਂ ਵੀ ਖਾਲੀ ਨਹੀਂ ਮੁੜਨਾ ਚਾਹੀਦਾ। ਮੇਰੀ ਇਸੇ 'ਚ ਹੀ ਭਲਾਈ ਹੈ ਵੀ ਮੈਂ ਸਤਿਗੁਰਾਂ ਦਾ ਬਚਨ ਪੂਰਾ ਕਰਕੇ ਵਿਖਾਵਾਂ। ਕਰਿਬੋ ਬਨਹਿ ਮੋਹੀ ਕਹੋ ਸੱਚਾ। ਅਤੇ ਮੈਨੂੰ ਗੁਰੂ ਹਰਿਰਾਏ ਸਾਹਿਬ ਦਾ ਕਿਹਾ ਹੋਇਆ ਬਚਨ ਹੁਣ ਸੱਚਾ ਕਰਿਆ ਬਣਦਾ, ਵੀ ਕੋਈ ਇਹ ਨਾ ਆਖੇ ਵੀ ਭਾਈ ਭਗਤੂ ਨੇ ਮਹਾਰਾਜ ਦਾ ਬਚਨ ਨਹੀਂ ਮੰਨਿਆ ਹੈ। ਅਨੇਕ ਬਾਰ ਗੁਰ ਹਸਤ ਉਬਾਚਾ। ਕਿਉਂਕਿ ਭਾਵੇਂ ਹਾਸੇ ਨਾਲ ਹੀ ਸਹੀ, ਪਰ ਮਹਾਰਾਜ ਨੇ ਇੱਕ ਹੀ ਨਹੀਂ ਆਖਿਆ। ਕੀ ਪਤਾ ਕੀ ਰਮਜ ਹੈ ਇਸ ਗੱਲ ਵਿੱਚ। ਸਤਿਗੁਰੂ ਹਰਿਰਾਏ ਸਾਹਿਬ ਨੇ ਮੈਨੂੰ ਬੇਅੰਤ ਵਾਰੇ ਬਚਨ ਕੀਤੇ, ਜਦੋਂ ਜਾਨਾ ਮਹਾਰਾਜ ਉਦੋਂ ਹੀ ਕਹਿੰਦੇ ਹਨ। ਅਬ ਕੈ ਮਮ ਤਨ ਤਜਬੋ ਹੋਏ। ਤੇ ਹੁਣ ਬਾਕੀ ਮੇਰਾ ਸਮਾਂ ਵੀ ਅੰਤਲਾ ਆ ਗਿਆ, ਐਤਕੀ ਮੈਂ ਕਰਤਾਰਪੁਰ ਸਾਹਿਬ ਗਏ ਨੇ, ਵਾਪਸ ਨਹੀਂ ਮੁੜਨਾ ਹੈ। ਜਾਂ ਤੇ ਕਰਨ ਵਿਆਹ ਭਲ ਜੋਏ। ਇਸ ਕਰਕੇ ਮਹਾਰਾਜ ਦਾ ਬਚਨ ਪੂਰਾ ਕਰਕੇ ਵਿਆਹ ਜਿਹੜਾ ਕਰਾਉਣਾ, ਉਹ ਹੁਣ ਇਸੇ 'ਚ ਹੀ ਮੇਰੀ ਕਲਿਆਣ, ਇਸੇ 'ਚ ਹੀ ਮੇਰਾ ਭਲਾ ਹੋਣ ਵਾਲਾ ਹੈ। ਵੀ ਮਹਾਰਾਜ ਦਾ ਮੈਂ ਬਚਨ ਪੂਰਾ ਕਰਦਿਆਂ ਮਰਨ ਤੋਂ ਪਹਿਲਾਂ ਨਾਹੇ ਤਰਹ ਜੈ ਅਧਮਾਹੀ। ਜੇ ਮਹਾਰਾਜ ਦਾ ਬਚਨ ਨਾ ਮੈਂ ਪੂਰਾ ਕੀਤਾ, ਫਿਰ ਬਚਨ ਅੱਧ 'ਚ ਰਹਿ ਜਾਣਾ ਹੈ, ਪੂਰਾ ਨਹੀਂ ਹੋਏਗਾ ਮੇਥੋਂ।
ਤੇ ਇਸ ਕਰਕੇ ਦੁਬਾਰਾ ਜਨਮ ਵੀ ਫਿਰ ਧਾਰਨਾ ਪੈਂਦਾ। ਮਹਾਰਾਜ ਦੇ ਬਚਨ ਪੂਰੇ ਕਰਨ ਵਾਸਤੇ ਸਿੱਖ ਹਾਂ ਮੈਂ, ਤੇ ਅਸੀਂ ਚਾਹੁੰਦੇ ਨਹੀਂ ਵੀ ਦੁਬਾਰਾ ਅਸੀਂ ਹੁਣ ਜਿਹੜਾ ਨਾ ਚੜ੍ਹਾਈ ਕਰਕੇ ਤੇ ਮਹਾਰਾਜ ਗੁਰੂ ਹਰਿਰਾਏ ਸਾਹਿਬ ਦੇ ਵਿੱਚ ਹੀ ਅਭੇਦ ਹੋ ਜਾਣਾ। ਤਾਂ ਜਿਹੜਾ ਬਚਨ ਇੱਕ ਮਹਾਰਾਜ ਦਾ ਰਹਿ ਗਿਆ ਨਾ, ਉਹ ਵੀ ਅਸੀਂ ਹੁਣ ਪੂਰਾ ਕਰਾਂਗੇ। ਤੇ ਇੱਦਾਂ ਸਾਧ ਸੰਗਤ ਜੀ ਭਾਈ ਭਗਤੂ ਜੀ ਦੇ ਮਨ 'ਚ ਵਿਚਾਰ ਹੈ ਵੀ ਜੇ ਨਾ ਪੂਰਾ ਕੀਤਾ ਨਾ ਤੇ ਫਿਰ ਉਹ ਗੱਲ ਬਹੁਤ ਸੋਹਣੀ ਨਹੀਂ ਲੱਗਣੀ। ਅਸੀਂ ਗੁਰੂ ਕੇ ਸਿੱਖਾਂ ਤੇ ਬਚਨ ਜ਼ਰੂਰ ਪੂਰਾ ਕਰਨਾ ਚਾਹੀਦਾ ਹੈ। ਹਿਮ ਮੋਹ ਕਹੋ ਕਬ ਨੀਕੋ ਤੇ ਨਾਹੀ। ਮੇਰੇ ਵਾਸਤੇ ਇਹ ਜਿਹੜਾ ਨਾ ਗੱਲ ਚੰਗੀ ਨਹੀਂ ਹੋਏਗੀ ਵੀ ਮਹਾਰਾਜ ਬਚਨ ਕਰਨ ਤੇ ਸਿੱਖ ਮੰਨੇ ਨਾ। ਇੱਦਾਂ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਭਗਤੂ ਜੀ ਮਨ 'ਚ ਨਾ ਨਾਲੇ ਕਰਤਾਰਪੁਰ ਸਾਹਿਬ ਨੂੰ ਤੁਰੇ ਜਾਂਦੇ ਆਪਦੇ ਪੁੱਛੋ ਪਿੰਡ ਤੋਂ, ਤੇ ਨਾਲੇ ਸਾਧ ਸੰਗਤ ਜੀ ਮਨ 'ਚ ਸੋਚਦੇ ਜਾਂਦੇ ਵੀ ਮਹਾਰਾਜ ਨੇ ਬੜੀ ਵਾਰੀ ਸਾਨੂੰ ਕਿਹਾ ਹੈ ਵੀ ਭਾਈ ਭਗਤੂ ਵਿਹਲਾ ਫਿਰਦਾ, ਹੁਣ ਤੇਰਾ ਵਿਆਹ ਕਰ ਦਈਏ, ਵਿਆਹ ਕਰਾ ਲੈ। ਇੱਦਾਂ ਦੇ ਬਚਨ ਮਹਾਰਾਜ ਨੇ ਕਹੇ ਭਾਵੇਂ ਹਾਸੇ 'ਚ ਹੀ, ਪਰ ਅਸੀਂ ਸਿੱਖਾਂ ਗੁਰੂ ਕੇ ਮੈਨੂੰ ਪੂਰਾ ਕਰਨਾ ਚਾਹੀਦਾ ਮਹਾਰਾਜ ਦਾ ਬਚਨ। ਹੁਣ ਕਿਹੜਾ ਰਹਿਣਾ, ਚੜ੍ਹਾਈ ਤਾਂ ਕਰ ਹੀ ਜਾਣਾ। ਇੱਦਾਂ ਸਾਧ ਸੰਗਤ ਜੀ ਮਨ ਦੇ ਵਿੱਚ ਵਿਚਾਰਦੇ ਭਾਈ ਭਗਤੂ ਜੀ ਕਰਤਾਰਪੁਰ ਸਾਹਿਬ ਨੂੰ ਤੁਰੇ ਜਾਂਦੇ ਆ। ਅਗਲਾ ਜਿਹੜਾ ਕੋ ਪ੍ਰਸੰਗ ਹੈ ਉਹ ਕੱਲ੍ਹ ਦੇ ਦੀ ਬਾਣ ਵਿੱਚ ਜਿਵੇਂ ਫਿਰ ਭਾਈ ਭਗਤੂ ਜੀ ਨੇ ਮਹਾਰਾਜ ਦਾ ਬਚਨ ਉਹ ਸਾਧ ਸੰਗਤ ਜੀ ਪੂਰਾ ਕੀਤਾ ਸੀਗਾ, ਉਹ ਸਾਰਾ ਜਿਹੜਾ ਪ੍ਰਸੰਗ ਭਾਈ ਭਗਤੂ ਜੀ ਦੇ ਵਿਆਹ ਕਰਾਉਣ ਦਾ ਵੀ ਤੇ ਅੰਤਲੇ ਸਮੇਂ ਚੜ੍ਹਾਈ ਕਰਕੇ ਸੱਚਖੰਡ ਜਾਣ ਦਾ, ਜਿਵੇਂ ਗੁਰੂ ਹਰਿਰਾਏ ਸਾਹਿਬ ਨੇ ਆਪ ਲੱਕੜਾਂ ਚਿਣੀਆਂ ਤੇ ਆਪ ਹੱਥੀਂ ਅੱਗ ਲਾ ਕੇ ਚੰਡਾ ਪ੍ਰਚੰਡ ਕਰਕੇ ਭਾਈ ਭਗਤੂ ਜੀ ਦਾ ਸੰਸਕਾਰ ਸਤਿਗੁਰੂ ਹਰਿਰਾਏ ਸਾਹਿਬ ਨੇ ਆਪ ਇਸ਼ਨਾਨ ਕਰਾਇਆ ਸੀ ਇਸ ਸਿੱਖ ਦਾ, ਤੇ ਬੜੇ ਵਰਦਾਨ ਦਿੱਤੇ ਸੀ ਸੱਚਖੰਡ ਜਾਣ ਲੱਗੇ ਨੂੰ। ਉਹ ਸਾਰਾ ਪ੍ਰਸੰਗ ਸਾਧ ਸੰਗਤ ਜੀ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਾਂਗੇ। ਇੱਥੇ ਸਮਾਪਤਾ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪਹਿ ਮੇਲੇ। ਸਭ ਕੈ ਮਮ ਤਨ ਤਜਿਬੋ ਹੋਏ, ਯਹਾਂ ਤੇ ਕਰਨ ਵਿਆਹ ਭਲ ਜੋਏ। ਨਾਹੇ ਤਰਹ ਜੈ ਹੈ ਆਦਮਾਹੇ, ਇਮ ਮੋਹ ਕਹੋ ਕਬ ਨੀਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।